ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਟੌਪਿਕ ਜਿਹੜਾ ਉਹ ਥੋੜਾ ਡਿਫਰੈਂਟ ਹੈ। ਸਿੱਖੀ ਸਿਧਾਂਤਾਂ ਦੀ ਗੱਲ, ਅੱਜ ਦੇ ਹਾਲਾਤਾਂ ਦੀ ਗੱਲ, ਆਪਣੇ ਮਨ ਦੀ ਗੱਲ, ਇਹ ਸਾਰਿਆਂ ਨੂੰ ਚੀਜ਼ਾਂ ਨੂੰ ਅਸੀਂ ਰਿਲੇਟ ਕਰਕੇ ਦੇਖਣਾ ਹੈ। ਕਿਉਂਕਿ ਜੋ ਅੱਜ ਦੇ ਹਾਲਾਤ ਸਾਡੇ ਬਣੇ ਹੋਏ ਨੇ, ਓਵਰਆਲ ਸਮਾਜ ਦੇ ਵੀ ਔਰ ਸਾਡੇ ਅਗਰ ਸਿੱਖੀ ਦੇ ਵੀ ਦੇਖੀਏ ਤੇ ਹਰ ਇੱਕ ਬੰਦਾ ਨਾ ਬੜਾ ਕਨਫਿਊਜ਼ਨ ਦੇ ਵਿੱਚ ਹੈਗਾ ਇਸ ਟਾਈਮ, ਧਰਮ ਪੱਖੋਂ ਔਰ ਆਪਣੇ ਪੱਖੋਂ ਵੀ। ਮੈਂ ਕੀ ਕਰ ਰਿਹਾ, ਕਿੱਥੇ ਜਾ ਰਿਹਾ, ਕੀ ਬਣੇਗਾ, ਔਰ ਧਾਰਮਿਕ ਪੱਖੋਂ ਕਿ ਮੈਂ ਜੋ ਕਰ ਰਿਹਾ ਧਰਮ ਹੈ ਨਹੀਂ ਹੈ, ਧਰਮ ਐਕਚੁਅਲੀ ਕੀ ਹੈ। ਬੜੀਆਂ ਸਾਰੀਆਂ ਕਨਫਿਊਜ਼ਨਸ ਹੈਗੀਆਂ, ਪਰ ਇਹ ਕਨਫਿਊਜ਼ਨਸ ਕੋਈ ਇਸ ਤਰ੍ਹਾਂ ਨਹੀਂ ਹੋਈਆਂ ਕਿ ਰਾਤੋਂ ਰਾਤ ਹੋ ਗਈਆਂ। ਕਈ ਸਾਲਾਂ ਦੀਆਂ ਬਣਾਈਆਂ ਗਈਆਂ, ਹੌਲੇ ਹੌਲੇ ਦਿਮਾਗ ਦੇ ਵਿੱਚੋਂ ਨਿਕਲੀਆਂ ਹੀ ਨਹੀਂ। ਹੁਣ ਕਈ ਸਾਲਾਂ ਦੇ ਇਤਿਹਾਸ ਦੇ ਵਿੱਚੋਂ ਜੇਕਰ ਅਸੀਂ ਪੂਰੀ ਦੁਨੀਆ ਦਾ ਇਤਿਹਾਸ ਨੂੰ ਛੱਡ ਦਈਏ ਤੇ ਆਪਣੇ ਇੱਥੇ ਦਾ ਦੇਖੀਏ, ਅਸੀਂ ਜਿੱਥੇ ਹੈਗੇ ਹਾਂ, ਜਿਹੜਾ ਇਹ ਇਲਾਕਾ ਸੀ ਸਾਰਾ ਸਾਡਾ, ਅਗਰ ਮਤਲਬ ਮੈਂ ਕਹਿ ਰਿਹਾ ਬੜੇ ਕਈ ਹਜ਼ਾਰੋਂ ਸਾਲ ਪਿੱਛੇ ਜਾਈਏ, ਕਈ ਹਜ਼ਾਰੋਂ ਸਾਲ, ਸਿੰਧੂ ਨਦੀ ਤੋਂ ਇਸ ਪਾਰ ਜਿਹੜਾ ਇਲਾਕਾ ਸੀ ਇਹਨੂੰ ਸਿੰਧ ਦਾ ਇਲਾਕਾ ਕਹਿੰਦੇ ਸੀ। ਤੇ ਕੁਝ ਲੋਕ ਸਿੰਧ ਦੀ ਨਦੀ ਪਾਰ ਕਰਕੇ ਆਏ ਇਸ ਇਲਾਕੇ ਦੇ ਵਿੱਚ, ਤੇ ਜਿਹੜੇ ਲੋਕ ਆਏ ਉਹਨਾਂ ਦੇ ਲਫ਼ਜ਼ ਜਿਹੜਾ ਸੀ ਨਾ, ਉਹਨਾਂ ਦੀ ਜਿਹੜੀ ਉਚਾਰਨ ਸੀ, ਉਹਨਾਂ ਦੇ ਵਿੱਚ ਸ ਲਫ਼ਜ਼ ਬੋਲੀ ਦੇ ਵਿੱਚ ਨਹੀਂ ਸੀ ਆਉਂਦਾ ਉਹਨਾਂ ਦੇ ਆਮ ਤੌਰ ਤੇ। ਜਿਸ ਤਰ੍ਹਾਂ ਮੰਨ ਲਓ ਪੰਜਾਬ ਦੇ ਵਿੱਚ ਵੀ ਅੱਜ ਜਾਈਏ ਨਾ, ਕਮ ਸੇ ਕਮ ਜਿਸ ਤਰ੍ਹਾਂ ਖਾਸ ਤੌਰ ਤੇ ਅੰਮ੍ਰਿਤਸਰ ਦਾ ਇਲਾਕਾ ਤੁਸੀਂ ਜਾਈਏ, ਜਾਣਦੇ ਹੋਣਗੇ, ਉੱਥੇ ਉਹਨੂੰ ਪੈਸੇ, ਤੇ ਉਹ ਪੈਸੇ ਨਹੀਂ ਬੋਲਦੇ, ਪੈਸੇ ਬੋਲਦੇ ਨੇ ਅੱਜ ਵੀ। ਹੋਰ ਵੀ ਕਈ ਵਰਡ ਹੈਗੇ ਨੇ, ਕਿੰਨੇ ਪੈਸੇ ਲਿਆਇਆ, ਉਹ ਪੈਸੇ ਕਹਿੰਦੇ ਨੇ। ਤੇ ਸੱਸਾ ਲਫ਼ਜ਼ ਜਿਹੜਾ ਉਹ ਆਮ ਤੌਰ ਤੇ ਉਚਾਰਨ ਨਹੀਂ ਹੈਗਾ, ਹਾਹਾ ਲਫ਼ਜ਼ ਦਾ ਉਚਾਰਨ ਹੈਗਾ। ਹੋਰ ਵੀ ਕਈ ਹੈਗੀਆਂ, ਜਿਸ ਤਰ੍ਹਾਂ ਯੂਪੀ ਦੇ ਜਾਓ ਤੇ ਉਹ ੜਾ ਲਫ਼ਜ਼ ਨਹੀਂ ਬੋਲ ਸਕਦੇ, ੜਾ, ਖਿੜਕੀ, ਉਹ ਖਿੜਕੀ ਨਹੀਂ ਬੋਲ ਸਕਦੇ, ਉਹ ਖਿੜਕੀ ਬੋਲਣਗੇ। ਸੜਕ ਨਹੀਂ ਬੋਲਣਗੇ, ਸੜਕ ਬੋਲਣਗੇ। ਇਸ ਤਰ੍ਹਾਂ ਉਚਾਰਨ ਦਾ ਫਰਕ ਹੈਗਾ, ਜਿਹੜੀ ਜਿਓਗ੍ਰਾਫੀਕਲ ਜਿਹੜੇ ਡਿਫਰੈਂਸਿਸ ਹੁੰਦੇ ਨੇ। ਇਸ ਤਰ੍ਹਾਂ ਹੀ ਅਰਬ ਸਾਈਡ ਤੇ ਤੁਸੀਂ ਜਾਓ, ਅਫਗਾਨਿਸਤਾਨ ਦੇ ਇਲਾਕੇ, ਜਾਂ ਜਿਹੜੇ ਇੱਥੇ ਕਾਬਲ ਦੇ ਲੋਕ ਆਏ ਹੋਏ ਨੇ, ਉਹਨਾਂ ਨੂੰ ਕਹੋ ਐਬ, ਜਾਂ ਮਤਲਬ ਐੜਾ ਕਰਕੇ ਬੋਲੋ, ਉਹ ਐੜਾ ਨਹੀਂ ਬੋਲ ਸਕਦੇ, ਉਹ ਐਬ ਨੂੰ ਏਬ ਕਹਿਣਗੇ। ਏਬ ਹੈ, ਏਬ, ਉਹ ਐੜਾ ਨਹੀਂ ਬੋਲ ਸਕਦੇ, ਇਹ ਕਰਦੇ ਨੇ। ਇਸ ਤਰ੍ਹਾਂ ਹੀ ਇਹ ਜਿਹੜਾ ਲਫ਼ਜ਼ ਜਿਹੜਾ ਸੀ ਨਾ, ਜਿਹੜੇ ਉਦੋਂ ਦੀ ਆਏ, ਉਹਨਾਂ ਨੇ ਆਏ ਹਿੰਦ ਦੇ ਇਲਾਕੇ ਨੂੰ ਨਾ, ਸਿੰਧ ਦੇ ਇਲਾਕੇ ਨੂੰ ਸਸਤਾ ਨਹੀਂ ਬੋਲਦੇ ਤੇ ਹਿੰਦ ਕਹਿ ਦਿੱਤਾ। ਇੱਥੇ ਰਹਿਣ ਵਾਲਿਆਂ ਨੂੰ ਕਹਿਣ ਲੱਗਾ ਸ਼ੁਰੂ ਕਰ ਹਿੰਦੂ। ਇੱਥੋਂ ਇਹ ਹਿੰਦੂ ਲਫ਼ਜ਼ ਜਿਹੜਾ ਹੈ ਇਹ ਪ੍ਰਚਲਿਤ ਹੋਇਆ। ਲੇਕਿਨ ਉਹ ਜਿਹੜੇ ਬੰਦੇ ਆਏ, ਉਹਨਾਂ ਨੇ ਕਿਹਾ ਤੇ ਇਹਨਾਂ ਨੂੰ ਹਿੰਦੂ, ਲੇਕਿਨ ਜਿਸ ਤਰ੍ਹਾਂ ਅੰਗਰੇਜ਼ ਆਏ ਇੱਥੇ ਆ ਕੇ ਕਾਬਜ ਹੋ ਗਏ, ਇਸ ਤਰ੍ਹਾਂ ਹੀ ਉਹ ਲੋਕ ਕਦੀ ਕੋਈ ਲੜਾਈ ਤੇ ਨਹੀਂ ਲੜੀ, ਨਾ ਕੋਈ ਸ਼ਸਤਰ ਚੁੱਕੇ, ਨਾ ਕੋਈ ਇਸ ਤਰ੍ਹਾਂ ਦਾ। ਉਹਨਾਂ ਨੇ ਗੁਲਾਮ ਇਹਨਾਂ ਲੋਕਾਂ ਨੂੰ ਬਣਾ ਲਿਆ ਤੇ ਉਹ ਗੁਲਾਮੀ ਕਰਵਾਈ, ਮਾਨਸਿਕ ਤੌਰ ਤੇ ਗੁਲਾਮ ਕਰ ਦਿੱਤਾ ਕਿ ਬਈ ਤੁਸੀਂ ਹੁਣ ਰਾਜੇ ਤੇ ਨਹੀਂ ਹੈ, ਲੇਕਿਨ ਚੱਲੋਗੇ ਤੁਸੀਂ ਸਾਡੇ ਕਹਿਣ ਤੇ। ਉਹ ਸੀ ਬ੍ਰਾਹਮਣਵਾਦ। ਹਰ ਇੱਕ ਕੰਮ ਜਿਹੜਾ ਨਾ ਇੱਥੇ ਦੇ ਲੋਕਾਂ ਦਾ, ਉਹਨਾਂ ਲੋਕਾਂ ਦੇ ਕਹਿਣ ਦੇ ਹੋਣ ਚਲ ਗਿਆ। ਚਾਹੇ ਜਨਮ ਹੈ, ਜਨਮ ਵੇਲੇ ਕੀ ਕਰਨਾ ਹੈ ਮੇਰੇ ਕੋਲ ਪੁੱਛ, ਮੈਂ ਦੱਸਾਂਗਾ। ਮਰਨ ਵੇਲੇ ਕੀ ਕਰਨਾ ਹੈ ਮੈਂ ਦੱਸਾਂਗਾ। ਉਹ ਬੰਦਾ ਬਣ ਗਿਆ ਆਗੂ, ਲੀਡਰ, ਆਗੂ। ਉਹ ਆਗੂ ਬਣ ਕੇ ਬਹਿ ਗਿਆ। ਤੇਰਾ ਪਿਛਲੇ ਜਨਮ ਦਾ ਕੀ ਕਹਾਣੀ ਹੈ ਮੈਂ ਦੱਸਾਂਗਾ, ਤੇਰਾ ਆਉਣ ਵਾਲਾ ਭਵਿੱਖ ਕੀ ਹੈ ਮੈਂ ਦੱਸਾਂਗਾ, ਜੰਤਰ ਮੰਤਰ ਕੀ ਨੇ ਮੈਂ ਦੱਸਾਂਗਾ, ਧਰਮ ਕੀ ਹੈ ਮੈਂ ਦੱਸਾਂਗਾ, ਤੂੰ ਕੌਣ ਹੈ, ਕੀ ਕਰਨਾ ਹੈ। ਇੱਕ ਇੱਕ ਚੀਜ਼ ਜੇਕਰ ਅਸੀਂ ਆਪਣੇ ਆਸ-ਪਾਸ ਦਾ ਇਲਾਕਾ ਦੇਖੀਏ ਜਾਂ ਸਮਾਜ ਦੇਖੀਏ, ਜਨਮ ਤੋਂ ਲੈ ਕੇ ਮਰਨ ਤੱਕ ਦਾ ਇੱਕ ਵੀ ਦਿਨ ਐਸਾ ਨਹੀਂ ਹੈ ਜੇ ਪੂਰੀ ਤਰ੍ਹਾਂ ਉਹਨੂੰ ਫੋਲੋ ਕੀਤਾ ਜਾਏ। ਇੱਕ ਵੀ ਦਿਨ ਐਸਾ ਨਹੀਂ ਹੈ ਜਿਹੜਾ ਕਿ ਉਹਨਾਂ ਦੇ ਪੁੱਛੇ ਤੋਂ ਬਗੈਰ ਪੈਰ ਰੱਖਿਆ ਜਾਏ। ਇੱਕ ਵੀ ਕੰਮ ਐਸਾ ਨਹੀਂ ਹੈ ਜਿਹੜਾ ਉਹਨਾਂ ਨੂੰ ਪੁੱਛੇ ਤੋਂ ਬਗੈਰ ਕੀਤਾ ਜਾਏ। ਇੱਕ ਵੀ ਕਿਰਤ ਐਸੀ ਨਹੀਂ, ਇੱਕ ਵੀ ਕੰਮ ਐਸਾ, ਕੁਛ ਵੀ ਐਸੀ, ਇੱਕ ਪੈਰ ਵੀ ਨਾ ਉਹ ਉਹਦੇ ਪੁੱਛੇ ਬਿਨਾਂ ਨਹੀਂ ਰੱਖ ਸਕਦਾ, ਕਿਉਂਕਿ ਉਹ ਬਣ ਗਿਆ ਆਗੂ। ਸਾਰਾ ਗੱਲ ਅਸੀਂ ਆਗੂ ਤੇ ਹੀ ਕਰਾਂਗੇ ਅੱਜ, ਕਿ ਗੁਰਬਾਣੀ ਆਗੂ ਕਿਹਨੂੰ ਕਹਿੰਦੀ ਹੈ ਔਰ ਐਕਚੁਅਲ ਆਗੂ ਕੀ ਹੈ।
ਔਰ ਅਸੀਂ ਕਿੰਨੋਂ ਬਣਾ ਬੈਠੇ ਔਰ ਕੌਣ ਸਾਡਾ ਸਿਰ ਤੇ ਆਗੂ ਬਣ ਕੇ ਬਹਿ ਗਿਆ। ਹੋਰ ਵੀ ਬੜੇ ਆਏ ਇਸ ਮੁਲਕ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪਣਾ ਕਬਜ਼ਾ ਕੀਤਾ। ਤੁਰਕੀ ਆਏ, ਫਰਾਂਸੀਸੀ ਆਏ, ਅਫਗਾਨੀ ਆਏ, ਲੋਧੀ ਆਏ, ਖਿਲਜੀ ਆਏ, सिकंदर आया, मुगल आए, पता नहीं अंग्रेज आए, कितने ही आए पता नहीं। मुल्क जड़ा है कभी गुलामी तो निकलिया ही नहीं, अज तक नहीं निकलिया। अज भी वही उत्थे ही काबज ने कहण नूं है, बस लिखता ही सानू पढ़ा दिता गया 1947 आज़ाद होया, पर हज़ारां सालों तो गुलाम सी, अज भी गुलाम है। बड़े आए, ਇਹ ਤੇ 7-8 ਤੁਹਾਨੂੰ ਨਾਮ ਦੱਸੇ ਨੇ, ਇਸ ਤੋਂ ਇਲਾਵਾ ਵੀ ਬੜੇ ਆਏ। ਹਰ ਇੱਕ ਨੇ ਆਪਣੇ ਆਪਣੇ ਧਰਮ ਹਿਸਾਬ ਨਾਲ ਲੁੱਟਿਆ ਸੀ। ਪਿੱਛੇ ਕਲਾਸਾਂ 'ਚ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕੀ ਹੋਇਆ। ਜਦੋਂ ਇਹ ਜ਼ਿਆਦਾ ਹਮਲੇ ਸ਼ੁਰੂ ਹੋਏ, ਜਦੋਂ ਆਮ ਮਤਲਬ ਇਸ ਤੋਂ ਬਾਅਦ ਬਾਹਰ ਪਤਾ ਚੱਲਣਾ ਸ਼ੁਰੂ ਹੋਇਆ ਕਿ ਇੱਥੇ ਕਿੰਨੀ ਪ੍ਰੋਸਪੈਰਿਟੀ ਹੈ, ਕਿੰਨਾ ਧਨ ਦੌਲਤ ਹੈ, ਫਿਰ ਲੋਕਾਂ ਨੇ ਜਦੋਂ ਲੁੱਟਣਾ ਸ਼ੁਰੂ ਕੀਤਾ ਇੱਥੇ, ਤੇ ਗੱਲ ਜਦੋਂ ਬਾਹਰ ਫੈਲੀ, ਅੰਗਰੇਜ਼ਾਂ ਤੱਕ ਪਹੁੰਚੀ, ਯੂਰਪ ਤੱਕ, ਉੱਥੇ ਤੱਕ ਪਹੁੰਚ ਗਈ, ਉਹਨਾਂ ਨੇ ਵੀ ਆਇਆ। ਤੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਕਾਬਜ ਸੀ ਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਇਹਦਾ ਹਿੱਸਾ ਬਣਾ ਲਿਆ ਸੀ, ਅੰਗਰੇਜ਼ਾਂ ਦੇ ਆਉਣ ਤੇ ਸਭ ਤੋਂ ਜ਼ਿਆਦਾ ਖੁਸ਼ ਸੀ ਉਹ। ਜਦੋਂ ਅੰਗਰੇਜ਼ ਆਏ ਨਾ, ਇਹ ਲੋਕ ਸਭ ਤੋਂ ਜ਼ਿਆਦਾ ਖੁਸ਼ ਸੀ, ਬ੍ਰਾਹਮਣ। ਕਿਉਂ? ਕਿਉਂਕਿ ਇਸ ਤੋਂ ਪਹਿਲੇ ਕਈ ਸਾਲ, ਕਈ ਸੈਂਕੜੇ ਸਾਲ ਜਿਹੜਾ ਨਾ, ਇਹਨਾਂ ਨੂੰ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ। ਮੁਗਲਾਂ ਨੇ, ਤੁਰਕੀਆਂ ਨੇ, ਅਫਗਾਨੀਆਂ ਨੇ, ਸਾਰਿਆਂ ਨੇ ਰਾਜ ਕੀਤਾ, ਇਹਨਾਂ ਨੂੰ ਮੌਕਾ ਘੱਟ ਮਿਲਿਆ, ਦਬਾਇਆ ਵੀ ਗਿਆ ਇਹਨਾਂ ਨੂੰ। ਹਾਲਾਂਕਿ ਇਹ ਹਾਂ ਰਾਜਸੀ ਉਹਦੀ ਤਾਕਤ ਦੇ ਨਾਲ ਮਿਲ ਕੇ ਇਹਨਾਂ ਨੇ ਬੜਾ ਕੁਝ ਲੁੱਟਿਆ, ਲੇਕਿਨ ਉਹ ਜਿਹੜੀ ਖੁੱਲ੍ਹ ਸੀ ਨਾ, ਉਹ ਨਹੀਂ ਮਿਲ ਪਾਈ। ਅੰਗਰੇਜ਼ਾਂ ਦੇ ਆਉਣ ਦੇ ਇਹ ਬੜੇ ਖੁਸ਼ ਹੋਏ, ਤਾਂ ਹੀ ਇਹਨਾਂ ਨਾਲ ਮਿਲ ਕੇ ਇਹਨਾਂ ਨੇ ਬੜੀ ਘਾਲ ਮਿਲ ਕੀਤੀ ਹੈ। ਉਹ ਅਸੀਂ ਇਤਿਹਾਸ ਦਾ ਇੱਕ ਵੱਖਰੇ ਚੈਪਟਰ ਨੇ। ਗੁਰੂ ਨਾਨਕ ਸਾਹਿਬ ਦੀ ਜਿਹੜੀ ਸਭ ਤੋਂ ਗਹਿਰੀ ਚੋਟ ਸੀ ਇਹਦੇ ਉੱਤੇ ਸੀ, ਇਸ ਆਗੂ ਤੇ। ਸਾਰਿਆਂ ਦੀ ਕੀਤੀ ਉਹਨਾਂ ਨੇ, ਪਰ ਜਿੰਨੇ ਸ਼ਬਦ ਅਸੀਂ ਸਾਨੂੰ ਪਖੰਡਵਾਦ ਤੇ, ਬ੍ਰਾਹਮਣਵਾਦ ਤੇ, ਜਾਂ ਇਸ ਜਿਹੜੀਆਂ ਸਮਾਜਿਕ ਕੁਰੀਤੀ ਹੈ ਨਾ, ਜਿਹੜੀ ਹੈ ਕਿ ਇੱਕ ਬੰਦਾ ਜਿਹੜਾ ਹੈ ਉਹ ਕਾਬਜ ਹੋ ਕੇ ਮਾਨਸਿਕ ਤੌਰ ਤੇ ਸਾਡੇ ਉੱਤੇ, ਉਸ ਦੇ ਉੱਤੇ ਜਿੰਨੀ ਚੋਟ ਕੀਤੀ ਨਾ, ਉਨੀ ਕਿਸੇ ਹੋਰ ਤੇ ਨਹੀਂ ਕੀਤੀ। ਸਭ ਤੋਂ ਜ਼ਿਆਦਾ ਸ਼ਬਦ, ਸਭ ਤੋਂ ਜ਼ਿਆਦਾ ਚੀਜ਼ ਇਹਦੇ ਤੇ ਕੀਤੀ ਹੈ। ਉਹ ਗੁਰੂ ਨਾਨਕ ਸਾਹਿਬ ਨੇ ਜਿਹੜਾ ਕੰਮ ਕੀਤਾ, ਅਗਰ ਮੈਂ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਪਲਾਨ ਕੀਤਾ ਹੋਏਗਾ, ਮਤਲਬ ਅਸੀਂ ਛੋਟੀ ਜਿਹੀ ਕੰਮ ਅਸੀਂ ਕਰਨਾ ਹੋਏ ਘਰ ਦੇ ਵਿੱਚ, ਕੋਈ ਵਿਆਹ ਸ਼ਾਦੀ ਕਰਨੀ ਹੋਏ, ਜਾਂ ਕੋਈ ਨਵੀਂ ਆਈਟਮ ਬਣਾਉਣੀ ਹੋਏ ਫੈਕਟਰੀ ਦੇ ਵਿੱਚ, ਜਾਂ ਕੁਝ, ਅਸੀਂ ਪੂਰਾ ਪਲਾਨ ਕਰਦੇ ਹਾਂ, ਹੈ ਨਾ, ਪੂਰੀ ਇੱਕ ਵਿਉਂਤ ਬਣਾਉਂਦੇ ਹਾਂ। ਕੋਈ ਘਰ ਦੇ ਵਿੱਚ ਫੰਕਸ਼ਨ ਹੁੰਦਾ ਨਾ, ਤਾਂ ਪੂਰੀ ਪਿਕਚਰ ਸਾਡੇ ਦਿਮਾਗ 'ਚ ਆ ਜਾਂਦੀ ਹੈ, ਪੂਰੀ ਵਿਉਂਤ ਬਣਾ ਲੈਣਾ, ਇੱਥੋਂ ਸਮਾਨ ਖਰੀਦਾਂਗੇ, ਇਹ ਕਰਾਂਗੇ, ਇੰਝ ਹੋਏਗਾ, ਇੱਥੋਂ ਇਹ ਕਰਨਾ, ਪੂਰੀ ਇੱਕ ਸਟ੍ਰੈਟਜੀ ਤਿਆਰ ਕਰ ਲੈਂਦੇ ਹਾਂ। ਉਹ 'ਤੇ ਕੰਮ ਕਰੀਦਾ। ਫਿਰ ਜੋ ਵੱਧਦਾ ਜਾਂਦਾ, ਕਈ ਦਿੱਕਤਾਂ ਆਉਂਦੀਆਂ, ਉਹਨੂੰ ਫਿਰ ਸੋਲਵ ਕਰਦਾ ਜਾਂਦਾ, ਲੇਕਿਨ ਇੱਕ ਸਾਡਾ ਫੋਕਸ ਹੁੰਦਾ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਇਹ ਵਿਉਂਤ ਬਣਾਈ ਜਾਂ ਇੱਕ ਪਲਾਨ ਕੀਤਾ ਇਹਨੂੰ ਕੰਮ ਕਰਨ ਦਾ, ਉਹਨੂੰ ਅਸੀਂ ਅਗਰ ਬੜੇ ਥੋੜ੍ਹੇ ਲਫ਼ਜ਼ਾਂ 'ਚ ਡਿਫਾਈਨ ਕਰੀਏ ਨਾ, ਇੱਕ ਸਿੰਗਲ ਲਾਈਨ ਡਿਫਾਈਨ ਕਰੀਏ, ਤੇ ਜਿਹੜੀ ਸੈਲਫ ਡਿਪੈਂਡੈਂਸੀ ਸੀ ਨਾ ਇਨਸਾਨ ਦੀ, ਕਿ ਤੂੰ ਆਪ ਮੁਖਤਿਆਰ ਹੋਣਾ, ਤੂੰ ਆਪ ਸਭ ਕੁਝ ਕਰਨ ਦੇ ਕਾਬਿਲ ਹੈ। ਉਹਨੂੰ ਜਿਹੜਾ ਦੱਬਿਆ ਕੁਚਲਿਆ ਦਿਮਾਗ ਜਾਂ ਦੜਬਿਆ ਕੁਚਲਿਆ ਇਨਸਾਨ ਸੀ ਨਾ, ਜਿਹਨੂੰ ਡੀਮੋਰਲਾਈਜ਼ ਕੀਤਾ ਗਿਆ, ਉਹਨੂੰ ਇਨਫੀਰੀਅਰ ਕੋਸ਼ਿਸ਼ ਕੀਤਾ ਗਿਆ, ਬਹੁਤ ਕੁਝ ਉਹਨੂੰ ਦਬਾਇਆ ਗਿਆ, ਉਹਨੂੰ ਇਹ ਕਹਿ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਵੀ ਪਰਮਾਤਮਾ ਦਾ ਰੂਪ ਹੈਗਾ, ਤੂੰ ਵੀ ਉਸ ਦਾ ਅੰਸ਼ ਹੈਗਾ। ਉਹ ਕਬੀਰ ਰਾਮ ਕੇ ਅੰਸ਼, ਉਹ ਤੂੰ ਦਾ ਅੰਸ਼ ਹੈਗਾ, ਤੂੰ ਵੀ ਸਭ ਕੁਝ ਉਹ ਕਰ ਸਕਦਾ ਜਿਹੜਾ ਉਹ ਬੰਦਾ ਕਰ ਸਕਦਾ। ਮਾਨਸਿਕ ਤੌਰ ਤੇ ਤੂੰ ਉਹਦੀ ਗੁਲਾਮੀ ਨੂੰ ਹਟਾ, ਔਰ ਤੂੰ ਸੈਲਫ ਡਿਪੈਂਡੈਂਟ ਹੋ ਕੇ, ਖੁਦ ਮੁਖਤਿਆਰ ਹੋ ਕੇ, ਆਪ ਮੁਹਾਰੇ ਸਭ ਕੁਝ ਕਰਨ ਦੇ ਕਾਬਿਲ ਹੈ। ਇਹ ਉਹਦੀ ਜਿਹੜੀ ਮਾਨਸਿਕ ਤੌਰ ਤੇ ਉਹਨੂੰ ਜਿਹੜੀ ਉੱਪਰ ਚੁੱਕਣਾ ਸੀ ਨਾ, ਉਹਨੂੰ ਜਿਹੜਾ ਉਤਸ਼ਾਹ ਦੇਣਾ ਸੀ, ਇਹ ਕੰਮ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਨੇ ਕੀਤਾ। ਔਰ ਕਿੱਥੋਂ ਇਹ ਪੂਰੀ ਪਲਾਨ ਕਰਕੇ ਕੀਤਾ। ਜਦੋਂ ਅਸੀਂ ਇੱਕ ਇੱਕ ਕੰਮ ਦੇਖਦੇ ਹਾਂ, ਉਹਨੂੰ ਅਸੀਂ ਰਿਲੇਟ ਕਰੀਏ ਇਸ ਪੁਆਇੰਟ ਦੇ ਨਾਲ, ਕਿ ਜਿਹੜੀ ਬਰਾਬਰੀ ਵਾਲਾ ਜਿਹੜਾ ਕੰਮ ਉਹਨਾਂ ਨੇ ਕੀਤਾ, ਕਿ ਬਈ ਇੱਕ ਦਬਿਆ ਹੋਇਆ ਕੁਚਲਿਆ ਇਨਸਾਨ ਹੈ, ਉਹਨੂੰ ਉਸ ਦੇ ਤਲ ਤੇ ਬਰਾਬਰ ਲੈ ਕੇ ਆਉਣਾ। ਤੇ ਇੱਕ ਇੱਕ ਕੰਮ ਜਿਹੜਾ ਨਾ, ਸਾਨੂੰ ਲੱਗੇਗਾ ਕਿ ਇਹ ਉਸੀ ਡਾਇਰੈਕਸ਼ਨ ਵੱਲ ਜਾ ਰਿਹਾ। ਪਹਿਲੇ ਦਿਨ ਦੀ ਉਹ ਜਿਹੜੀ ਘਟਨਾ, ਜਿੱਥੋਂ ਇਹ ਕੰਮ ਸ਼ੁਰੂ ਹੋਇਆ, ਜਦੋਂ ਉਹਨਾਂ ਨੇ ਉਸ ਪੰਡਤ ਦਾ ਹੱਥ ਫੜਿਆ ਜਨੇਊ ਪਾਉਣ ਵੇਲੇ, ਤੇ ਉਹਨਾਂ ਦਾ ਪਹਿਲਾ ਕੁਐਸਚਨ ਹੀ ਆਈ ਸੀ ਕਿ ਬਰਾਬਰੀ ਕਿਉਂ ਨਹੀਂ ਹੈ, ਤੇਰਾ ਜਨੇਊ ਇਸ ਧਾਗੇ ਦਾ ਤੇ ਉਹਦਾ ਇਸ ਧਾਗੇ ਦਾ ਕਿਉਂ ਹੈ? ਜੇ ਮੈਂ ਪਾ ਸਕਦਾ ਤਾਂ ਮੇਰੀ ਭੈਣ ਕਿਉਂ ਨਹੀਂ ਪਾ ਸਕਦੀ?
ਜੇ ਮੈਂ ਪਾ ਸਕਦਾ ਤੂੰ ਪਾ ਸਕਦਾ ਤੇ ਉਹ ਬੰਦਾ ਕਿਉਂ ਨਹੀਂ ਪਾ ਸਕਦਾ ਜਿਹੜਾ ਜਿਹਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਹੋ? ਇਹ ਕਿਉਂ ਫਰਕ ਹੈਗਾ? ਇਹ ਕੀ ਤੂੰ ਕੀ ਹੈਗਾ ਔਰ ਮੈਂ ਕੀ ਹੈਗਾ ਔਰ ਇਹ ਕੌਣ ਹੈਗਾ? ਇਹ ਜਿਹੜੀ ਬਰਾਬਰੀ ਤੇ ਲੈ ਕੇ ਆਉਣਾ ਸੀ ਨਾ, ਇਹ ਸਭ ਤੋਂ ਵੱਡੀ ਇੱਕ ਉਸ ਵਿਉਂਤ ਦੀ ਉਸ ਜਿਹੜੀ ਉਹਨਾਂ ਨੇ ਟੈਕਨੀਕ ਅਪਣਾਈ, ਜੋ ਪਲਾਨ ਕੀਤਾ, ਉਹਦਾ ਇੱਕ ਪਹਿਲਾ ਸਟੈਪ ਸੀ ਔਰ ਖੁੱਲ੍ਹੇ 'ਚ ਕੀਤੀ ਗੱਲ। ਹਾਲਾਂਕਿ ਮੈਨੂੰ ਕਦੀ ਅਸੀਂ ਸੋਚਦੇ ਹਾਂ ਕਿ ਬਈ ਜਦੋਂ ਇਹ ਕੀਤੀ ਹੋਏਗੀ ਗੱਲ ਤੇ ਉਹਨਾਂ ਨੂੰ ਸਮਝਾਇਆ ਵੀ ਕਈਆਂ ਨੇ ਕਿ ਬਈ ਕਾਕਾ ਚੱਲ ਛੋੜ ਪਾ ਲੈ, ਕੀ ਹੋ ਗਿਆ, ਸਾਰੇ ਪਾਉਂਦੇ ਹੀ ਨੇ, ਇੰਨੇ ਸਾਲ ਤੋਂ ਹੋ ਰਿਹਾ, ਚੱਲ ਕੀ ਹੋਇਆ ਹੈ, ਚੱਲ ਕੀ ਰੌਲਾ ਪਾਉਂਦਾ ਹੈ। ਔਰ ਫਿਰ ਹੋਣ ਤੋਂ ਬਾਅਦ ਵੀ ਉਹਨੂੰ ਮਤਲਬ ਜਦ ਤੱਕ ਨਹੀਂ ਪਾਇਆ, ਸਾਰੀ ਗੱਲ ਹੋ ਗਈ ਤੇ ਬਾਅਦ 'ਚ ਉਹਨਾਂ ਨੇ ਫੜਿਆ ਨਹੀਂ ਹੋਏਗਾ ਗਰਦਨ, ਉਹ ਕਾਕਾ ਜੇ ਤੂੰ ਨਹੀਂ ਪਾਉਣਾ ਸੀ ਤੇ ਪਹਿਲੇ ਗੱਲ ਕਰਦਾ ਤੂੰ। ਜਦੋਂ ਸਾਰੇ ਇਕੱਠੇ ਹੋਏ ਸੀ ਜਦੋਂ ਸਾਰੇ ਇਕੱਠੇ ਹੋਏ ਨੇ, ਉੱਥੇ ਬੈਠਿਆ ਤੈਨੂੰ ਚੌਕੀ ਤੇ ਬੈਠਾ ਤੈਨੂੰ ਬਿਠਾਉਣ ਵਾਸਤੇ, ਉਦੋਂ ਤੂੰ ਰੌਲਾ ਪਾਤਾ, ਤੂੰ ਪਹਿਲੇ ਗੱਲ ਕਰਦਾ ਹੈ। ਪਲੈਨਿੰਗ ਸੀ ਨਾ ਕਿ ਬਈ ਨਹੀਂ, ਜਿਸ ਟਾਈਮ ਇਹ ਸਾਰੇ ਹੋਣਗੇ ਨਾ ਉਸ ਟਾਈਮ ਗੱਲ ਕੀਤੀ ਜਾਏਗੀ, ਚੋਟ ਉੱਥੇ ਮਾਰੀ ਜਾਏਗੀ। ਉਹਦੀ ਪਲੈਨਿੰਗ, ਇਹ ਸਾਰੀ ਪਲੈਨਿੰਗ ਦਾ ਇੱਕ ਪਾਰਟ ਸੀ। ਪਲੈਨਿੰਗ ਦਾ ਪਾਰਟ ਆਇਆ ਸੀ ਕਿ ਉਸ ਦਬੇ ਹੋਏ ਕੁਚਲੇ ਬੰਦੇ ਨੂੰ ਬਰਾਬਰਤਾ ਤੇ ਲਿਆਉਣ ਦਾ। ਉਸ ਤੋਂ ਬਾਅਦ ਜਿਹੜੀ ਗੱਲ ਤੇ ਚੱਲਦੇ ਜਾਓ ਤੁਸੀਂ, ਜਿਹੜਾ ਸਟੈਪ, ਜਿਹੜੀ ਗੁਰਬਾਣੀ ਦਾ ਸ਼ਬਦ ਪੜ੍ਹੀਏ ਜਾਂ ਕੋਈ ਇਤਿਹਾਸਕ ਘਟਨਾਵਾਂ ਨੂੰ ਅਸੀਂ ਦੇਖੀਏ, ਉਸ ਜਨੇਊ ਦੇ ਪਾਉਣ ਤੋਂ ਦਿਨ ਤੋਂ ਲੈ ਕੇ ਜਾਂ ਅਸੀਂ ਪੀਕ ਪੁਆਇੰਟ ਅਸੀਂ ਦੇਖਦੇ ਹਾਂ ਕਿ 1699 ਦੀ ਵਿਸਾਖੀ ਹੋਈ। ਉਸ ਦੇ ਵਿੱਚ ਤਾਂ ਜਿੰਨਾ ਵੀ ਪੀਰੀਅਡ ਅਸੀਂ ਜਿੰਨੀਆਂ ਵੀ 1699 ਦੀ ਵਿਸਾਖੀ ਦਾ ਸਭ ਤੋਂ ਪਹਿਲਾਂ ਅਗਰ ਬੇਸ ਉਹਦਾ ਦੇਖੀਏ ਤਾਂ ਉਹੀ ਸੀ ਕਿ ਬਰਾਬਰੀ, ਇੱਕੋ ਬਾਟੇ ਸਾਰੇ ਪੀਣਗੇ। ਜੇ ਉਹ ਪਹਾੜੀ ਰਾਜੇ ਕਹਿੰਦੇ ਸਾਡੇ ਵੱਖਰਾ ਬਾਟਾ ਬਣਾ, ਤੇ ਗੁਰੂ ਸਾਹਿਬ ਨੇ ਮਨਾ ਕਰਤਾ, ਚਲੋ ਤੁਸੀਂ ਸਾਈਡ ਹੋ, ਤੁਹਾਡਾ ਕੋਈ ਕੰਮ ਨਹੀਂ ਫਿਰ ਇੱਥੇ। ਇਸੇ ਬਾਟੇ ਹਰ ਇੱਕ ਕੋਈ ਵੀ ਲੈ ਲਓ, ਭਾਵੇਂ ਸਰੋਵਰ ਦੀ ਹੈ, ਭਾਵੇਂ ਲੰਗਰ ਹੈ, ਭਾਵੇਂ ਜੋੜਾ ਹੈ, ਭਾਵੇਂ ਕੋਈ ਕੰਮ ਹੈ, ਜਿਹੜਾ ਵੀ ਕੰਮ ਜਿਹੜਾ ਉਹਨਾਂ ਨੇ ਇਸ ਪਾਸੇ ਦੇਖੀਏ ਨਾ ਜਾਂ ਇਤਿਹਾਸਿਕ ਘਟਨਾਵਾਂ ਨੂੰ ਦੇਖਿਆ, ਉਹ ਕੇਵਲ ਤੇ ਕੇਵਲ ਇਸ ਪਾਸੇ ਸੀ ਕਿ ਤੂੰ ਜਿਹੜਾ ਹੈ ਉਹ ਬਰਾਬਰਤਾ ਤੇ ਆ ਜਾ। ਤੂੰ ਮੇਰਾ ਆਗੂ ਕਿਸ ਤਰ੍ਹਾਂ ਬਣ ਗਿਆ, ਬਸ ਇਹ ਕੁਐਸਚਨ ਸੀ। ਸਿੱਖਾਂ ਕੰਨ ਚੜਾਈਆਂ, ਗੁਰੂ ਬ੍ਰਾਹਮਣ ਥੀ ਆ, ਉਹ ਤੂੰ ਮੇਰਾ ਬ੍ਰਾਹਮਣ, ਤੂੰ ਮੇਰਾ ਗੁਰੂ ਕਿਸ ਤਰ੍ਹਾਂ ਹੋ ਗਿਆ, ਤੂੰ ਕੌਣ ਹੈਗਾ? ਇਹ ਚੈਲੰਜ ਸੀ ਹੁਣ ਪਹਿਲਾ। ਹਾਂ, ਬੜੇ ਹੈਗੇ ਨੇ ਸਾਰੇ। ਮੈਂ ਕਹਿ ਰਿਹਾ ਸਾਰੀ ਬਾਣੀ ਅਸੀਂ ਪੜਾਂਗੇ ਨਾ, ਜਦੋਂ ਇਹ ਸਾਰੀ ਬਾਣੀ ਸਾਨੂੰ ਉਸ ਡਾਇਰੈਕਸ਼ਨ ਵੱਲ ਲੈ ਕੇ ਜਾ ਰਹੀ ਹੈ। ਬਾਣੀ ਬਹੁਤ ਹੈਗੀ। ਮੈਨੂੰ ਅੱਜ ਜਿਹੜੀ ਸ਼ਬਦ ਮੈਨੂੰ 140 ਨੰਬਰ ਅੰਕ ਤੇ ਹੈ ਸ਼ਬਦ ਹੈਗਾ, ਜਿਹੜਾ 140 ਨੰਬਰ ਦਾ ਜੋ ਤੁਸੀਂ ਦੇਖੋਗੇ ਨਾ, ਉਹਦੇ ਅੱਗੇ ਪਿੱਛੇ ਦੇ ਵੀ ਜਿਹੜੇ ਸ਼ਬਦ ਪੜੋਗੇ, ਉਹ ਸਾਰੇ ਆਗੂ ਦੇ ਹੈਗੇ ਸ਼ਬਦ। ਤੇ ਉਹ ਸਾਰੇ ਆਗੂ ਦੇ ਸ਼ਬਦ ਦੇ ਵਿੱਚ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝ ਕਰ ਰਿਹਾ। ਗੁਰੂ ਨਾਨਕ ਸਾਹਿਬ ਦਾ ਉਚਾਰਿਆ ਸ਼ਬਦ ਹੈ ਮਹਿਲਾ ਪਹਿਲਾ। ਜਾਹੋ ਨਾਹੀ ਤਾਂ ਕਿਆ ਆਖਾਂ, ਕਿ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਪਰ ਧੋਵਾਂ। ਆਪ ਨਾ ਬੂਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਨਾਨਕ ਅੰਧਾ ਹੋਏ ਕੇ ਦੱਸੇ, ਰਾਹੇ ਸਬਸ ਮੁਹਾਏ ਮਾਥੇ ਸਾਥੇ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਆਗੂ ਜਾਪੈ। 140 ਨੰਬਰ ਅੰਗ ਤੇ ਇਹ ਸ਼ਬਦ ਜਿਹੜਾ ਉਹ ਸੁਭਾਇਮਾਨ ਹੈ। ਹੁਣ ਜਿਹੜੇ ਕੰਮ ਬ੍ਰਾਹਮਣ ਕਰ ਸਕਦਾ ਸੀ ਜਾਂ ਉੱਚੀ ਜਾਤ ਵਾਲਾ ਕਰ ਸਕਦਾ ਸੀ, ਉਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ, ਜਿਹੜੇ ਕਿ ਜਿਨ੍ਹਾਂ ਨੂੰ ਇਸ ਕੰਮ ਤੇ ਮਨਾ ਕੀਤਾ ਹੋਇਆ ਸੀ। ਜੇ ਕਿਹਾ ਸੀ ਵੀ ਗਿਆਨ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਤੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਤੀ, ਪੂਰਾ ਗਿਆਨ ਉਹਦੇ 'ਚ ਲਿਆ ਕੇ ਰੱਖਤਾ, ਪੜ੍ਹ ਲਓ, ਆ ਜਾਓ ਬਰਾਬਰ ਤੇ। ਤੁਸੀਂ ਸਭ ਕੁਝ ਕਰ ਸਕਦੇ ਹੋ, ਜੋ ਤੁਸੀਂ ਉਹ ਕਰ ਸਕਦਾ ਉਹ ਤੁਸੀਂ ਕਰ ਸਕਦੇ ਹੋ। ਭਗਤਾਂ ਦੀ ਬਾਣੀ ਲਿਆਂਦੀ ਜਦੋਂ, ਹੁਣ ਭਗਤਾਂ ਦੀ ਬਾਣੀ ਅਸੀਂ ਤੇ ਇਹਨੂੰ ਇੱਕ ਇਨਸੀਡੈਂਟ ਸਮਝ ਲੈਂਦੇ ਕਿ ਗਏ ਔਰ ਭਗਤਾਂ ਦੀ, ਲੇਕਿਨ ਮੈਨੂੰ ਲੱਗਦਾ ਇਹ ਵੀ ਉਸੇ ਡਾਇਰੈਕਸ਼ਨ ਵਿੱਚ ਜਾ ਰਿਹਾ ਸੀ ਕੰਮ। ਉਹ ਬਰਾਬਰਤਾ ਲਿਆਉਣ ਵਾਲੀ ਗੱਲ ਸੀ, ਉਸੇ ਲਾਈਨ ਤੇ ਕੰਮ ਹੈ। ਤੇ ਉਹ ਗੁਰੂ ਸਾਹਿਬ ਨੇ ਉਹਨਾਂ ਭਗਤਾਂ ਦੀ ਬਾਣੀ ਲਿਆਂਦੀ, ਭਗਤ ਰਵਿਦਾਸ ਜੀ ਦੀ, ਜੇ ਕਬੀਰ ਸਾਹਿਬ ਦੀ ਬਾਣੀ ਲਿਆਂਦੀ ਹੈ, ਰਵਿਦਾਸ ਜੀ ਦੀ, ਨਾਮਦੇਵ ਦੀ ਬਾਣੀ ਲਿਆਂਦੀ ਹੈ, ਉਹਨਾਂ ਨੂੰ ਸਿਰਫ ਇਸ ਡਾਇਰੈਕਸ਼ਨ ਇਹ ਸੀ ਕਿ ਜੇ ਇਹ ਲੋਕ ਇਹ ਕਰ ਸਕਦੇ ਨੇ, ਇਹਨਾਂ ਨੂੰ ਬ੍ਰਹਮ ਗਿਆਨ ਉਸ ਬ੍ਰਾਹਮਣ ਤੋਂ ਜ਼ਿਆਦਾ ਹੈ। ਇਹਨਾਂ ਦੀ ਗੱਲਾਂ ਦੇਖੋ, ਇਹਨਾਂ ਦੀ ਪੜ੍ਹੋ, ਇਹਨਾਂ ਦੀ ਸੁਣੋ, ਇਹਨਾਂ ਨੇ ਜੋ ਗਿਆਨ ਦਿੱਤਾ ਹੈ, ਇਹ ਗਿਆਨ ਉਸ ਬ੍ਰਾਹਮਣ ਤੋਂ ਕਈ ਦਰਜੇ ਉੱਚਾ ਹੈ।
ਤੇ ਜਦ ਉਹ ਦੇ ਸਕਦੇ ਨੇ। ਹਾਂ ਠੀਕ ਹੈ, ਇਹ ਸਾਰਾ ਗਿਆਨ ਜਿਹੜਾ ਹੈ ਉਹ ਬਰਾਬਰਤਾ ਦੀ ਗੱਲ ਵੱਲ ਡਾਇਰੈਕਸ਼ਨ ਸੀ ਕਿ ਉਹ ਗਿਆਨ ਲਿਆ ਕੇ ਇੱਕ ਜਗ੍ਹਾ ਇਕੱਠਾ ਕਰ ਦਿੱਤਾ। ਹੁਣ ਆ ਜਾਓ ਸਾਰੇ ਬਰਾਬਰ, ਹੁਣ ਬ੍ਰਾਹਮਣ ਵੀ ਬੈਠਾ ਉੱਥੇ, ਸ਼ੂਦਰ ਵੀ ਬੈਠਾ ਹੈ, ਚਮਾਰ ਵੀ ਬੈਠਾ ਹੈ, ਨਾਈ, ਸਭ ਕੁਝ ਬੈਠੇ ਨੇ ਉੱਥੇ ਇੱਕੋ ਜਗ੍ਹਾ। ਹੁਣ ਸਿਰਫ ਇਹ ਬ੍ਰਾਹਮਣ ਦੀ ਗੱਲ ਨਹੀਂ ਸੀ ਹੈਗੀ, ਜੇ ਇਹ ਵਰਗਾਂ ਦੇ ਜਿਹੜਾ ਵੰਡਿਆ ਹੋਇਆ ਸੀ ਨਾ, ਜੇ ਅਗਲਾ ਵਰਗ ਆਇਆ ਸੀ ਨਾ ਛਤੀਆਂ ਦਾ, ਉਹਨਾਂ ਦੇ ਉੱਤੇ ਇਹ ਜ਼ਿੰਮੇਵਾਰੀ ਸੀ ਕਿ ਵੀ ਅਸੀਂ ਤੇ ਆਰਾਮ ਨਾਲ ਬੈਠੇ ਹਾਂ, ਜਿੰਨੀ ਪ੍ਰੋਟੈਕਸ਼ਨ ਕਰਨੀ ਹੈ ਤੂੰ ਕਰਨੀ ਹੈ, ਸਾਡੀ ਵੀ ਤੇ ਆਪਣੀ ਵੀ। ਹੁਣ ਖਾਲੀ ਉਹ ਬ੍ਰਾਹਮਣ ਦੀ ਗੱਲ ਨਹੀਂ ਸੀ, ਉਹਦੇ ਬਰਾਬਰ ਵੀ ਲਿਆ ਕੇ ਖੜਾ ਕੀਤਾ ਕਿ ਤੂੰ ਪ੍ਰੋਟੈਕਸ਼ਨ ਆਪਣੀ ਆਪ ਕਰ, ਤੂੰ ਕਿਸੇ ਤੇ ਡਿਪੈਂਡੈਂਟ ਨਾ ਹੋਏ ਕਿ ਕੋਈ ਤੈਨੂੰ ਆ ਕੇ ਬਚਾਏਗਾ। ਸ਼ਸਤਰ ਚਲਾਉਣ ਦੀ ਜਿਹੜੀ ਗੱਲ ਸੀ ਨਾ, ਉਹ ਵੀ ਐਸੀ ਡਾਇਰੈਕਸ਼ਨ ਵੱਲ ਸੀ। ਫਿਰ ਸ਼ਸਤਰ ਚਲਾਉਣ ਦੀ ਗੱਲ ਨਹੀਂ ਸੀ, ਜਿਹੜੇ ਉਹ ਵੈਸ਼ ਹੁੰਦੇ ਸੀ, ਜਿਹੜੇ ਸਾਹੂਕਾਰ ਬਣੀਏ ਕਹਿ ਲਓ, ਉਹਦੇ ਬਰਾਬਰ ਵੀ ਲਿਆ ਕੇ ਖੜਾ ਕੀਤਾ, ਕਿਰਤ ਕਰ, ਕਿਰਤ ਕਰ, ਇਹਨਾਂ ਦੇ ਬਰਾਬਰ ਖੜਾ। ਤੂੰ ਕੋਈ ਭਿਖਮੰਗਾ ਨਹੀਂ ਹੈ ਕਿ ਤੂੰ ਆਪਣੀ ਮਿਹਨਤ ਕਰੇ, ਜੋ ਤੈਨੂੰ ਪੈਸੇ ਦੀ ਲੋੜ ਹੈ ਤੂੰ ਹੱਥ ਅੜ ਕੇ ਇਹਨਾਂ ਦੇ ਅੱਗੇ ਖੜਾ ਹੋ ਜਾਏ ਕਿ ਦੇ ਦਿਓ ਮੈਨੂੰ ਕਰਜ਼ਾ। ਤੂੰ ਆਪ ਕਿਰਤ ਕਰ, ਆਪ ਸੈਲਫ ਡਿਪੈਂਡੈਂਟ ਹੋ। ਔਰ ਸਭ ਤੋਂ ਵੱਡੀ ਗੱਲ, ਇੰਨਾ ਕੰਮ ਕਰਨ ਦੇ ਬਾਅਦ ਜਿਹੜੀ ਸਭ ਤੋਂ ਵੱਡੀ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਇੱਕ ਕੰਮ ਸੀ ਨਾ, ਜਿਹੜਾ ਉਹਨਾਂ ਨੇ ਕੀਤਾ, ਕਿ ਉਹਨਾਂ ਨੇ ਇਹ ਨਹੀਂ ਕੀਤਾ ਕਿ ਇਹ ਸਾਰੇ ਬ੍ਰਾਹਮਣ ਜਾਂ ਛਤਰੀ ਜਾਂ ਜੋ ਵੀ ਹੈ ਆਗੂ ਹੈਗੇ ਨੇ, ਇਹਨਾਂ ਨੂੰ ਛੱਡ ਕੇ ਇਹਨਾਂ ਕੋਲ ਉੱਠ ਤੇ ਆ ਕੇ ਮੇਰੇ ਅੱਗੇ ਪੈ ਜਾ। ਇਹ ਬੜੀ ਵੱਡੀ ਗੱਲ ਸੀ। ਉਹਨਾਂ ਨੂੰ ਤਾਂ ਉੱਥੋਂ ਤੇ ਉਠਾਇਆ, ਲੇਕਿਨ ਉਠਾ ਕੇ ਆਪਣੇ ਅੱਗੇ ਨਹੀਂ ਬਿਠਾਇਆ। ਆਪਣੇ ਅੱਗੇ ਜਦੋਂ ਬਿਠਾਉਣ ਦੀ ਗੱਲ ਨਹੀਂ, ਸੈਲਫ ਤੂੰ ਸਿੱਧਾ ਡਾਇਰੈਕਟ ਕਨੈਕਸ਼ਨ ਕਰਾਇਆ ਉੱਥੇ। ਮੇਰੇ ਨਾਲ ਗੱਲ ਨਾ ਕਰ, ਤੂੰ ਡਾਇਰੈਕਟ ਉੱਥੇ ਕਨੈਕਸ਼ਨ ਕਰ, ਮੇਰੇ ਅੱਗੇ ਆ ਕੇ ਨਾ ਪੈ ਜੀ। ਉਸੀ ਗੱਲ ਦੇ ਵਿੱਚ ਇਹ ਸ਼ਬਦ ਆਉਂਦਾ, ਕਹਿੰਦੇ ਨੇ ਜਾਹੋ ਨਾਹੀ ਤਾਂ ਕਿਆ ਆਖਾਂ, ਕਿ ਨਾਹੀ ਕਿਆ ਹੋਵਾਂ। ਕਹਿੰਦਾ ਮੇਰੇ ਕੋਲ ਕੁਝ ਹੋਏ ਤੇ ਮੈਂ ਤੁਹਾਨੂੰ ਆਖਾਂ, ਮੈਂ ਕੁਝ ਹੈ ਹੀ ਨਹੀਂ। ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ। ਇੰਨਾ ਗਿਆਨਵਾਨ ਹੋਣ ਦੇ ਬਾਵਜੂਦ ਗੁਰੂ ਸਾਹਿਬ ਕਹਿੰਦੇ ਮੈਂ ਕੁਝ ਨਹੀਂ ਕਹਿਣ ਜੋਗਾ ਹੈਗਾ, ਕੁਝ ਮੇਰੇ ਕੋਲ ਹੋਏ ਤੇ ਮੈਂ ਤੁਹਾਨੂੰ ਦੱਸਣ ਜੋਗਾ ਹਾਂ। ਆਗੂ ਨਹੀਂ ਬਣੇ, ਆਪ ਆਗੂ ਨਹੀਂ ਬਣੇ। ਸੋ ਡਾਇਰੈਕਟ ਕਨੈਕਸ਼ਨ ਜਿਹੜਾ ਕਰਾਇਆ ਨਾ। ਹੁਣ ਸ਼ਬਦ ਮੇਰੇ ਕੋਲ, ਮੈਨੂੰ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਹੁਣੇ ਜ਼ਿਕਰ ਕਰ ਰਹੇ ਸੀ, ਉਹ ਗਰਭਵਾਸ ਮੈਂ ਕੀ ਕਹਿੰਦੇ ਨੇ, ਗਰਭਵਾਸ ਮੈਂ ਕੁਲ ਨਾਹੀ, ਜੋ ਤੂੰ ब्राह्मणी जाया तो आन बाट काहे नहीं, तुम का तो ब्राह्मण हम का तो सूद, तुम का तो लोहू हम का तो दूध है। पर तू की ऐसा हैगा, तेरे अंदर केड़ी ऐसी खासियत हैगी है भी तू किसी और तरीके नाल पैदा होया। हाँ भाई तू, तेरे अंदर कोई दुध वगदा है, मेरे अंदर लोहू वगदा। बिल्कुल खुला चैलेंज सी है, बिल्कुल खुली गल सी, बिल्कुल खुला चैलेंज। तू है की है, की केड़ी तेरी खासियत हैगी है, की तेरे अंदर केड़ा ऐसी ਕੰਮ ਹੈਗਾ ਜਿਹੜਾ ਤੂੰ ਖਾਸ ਕਰਦਾ ਹੈ, ਜਾਂ ਤੂੰ ਖਾਸ ਤੇਰੇ ਅੰਦਰ ਐਸੀ ਪਰਮਾਤਮਾ ਨੇ ਚੀਜ਼ ਬਣਾ ਕੇ ਭੇਜੀ ਹੈ ਜਿਹੜੀ ਸਾਡੇ 'ਚ ਨਹੀਂ ਹੈਗੀ। ਬੜਾ ਖੁੱਲ੍ਹਾ ਕੇ ਚੱਲਣ ਸੀ। ਹੁਣ ਦਿੱਕਤ ਇਹ ਹੋਈ ਹੈ ਕਿ ਸਾਡੇ 'ਚੋਂ ਬਹੁਤ ਲੋਕਾਂ ਨੇ 100% ਨਹੀਂ ਕਹਿ ਸਕਦੇ, ਲੇਕਿਨ ਹਾਲਾਂਕਿ ਬਹੁਤ ਸਾਰੇ ਅਸੀਂ ਉਸੀ ਚੱਕਰ 'ਚ ਫਸੇ ਹੋਏ ਹਾਂ। ਲੇਕਿਨ ਇੱਕ ਹੋਰ ਨਵੀਂ ਚੀਜ਼ ਪੇਸ਼ ਹੋਈ ਹੈ। ਜੋ ਕੰਮ ਬ੍ਰਾਹਮਣ ਕਰਦਾ ਸੀ, ਅਸੀਂ ਬ੍ਰਾਹਮਣ ਨੂੰ ਡਾਇਰੈਕਟ ਜਿਹੜਾ ਉਸ ਵੇਸ਼ ਭੂਸ਼ਾ ਵਾਲਾ ਬ੍ਰਾਹਮਣ ਜਿਹੜਾ ਸੀ ਉਹਨੂੰ ਤੇ ਛੱਡ ਦਿੱਤਾ, ਲੇਕਿਨ ਉਹ ਦੂਜੇ ਪਾਸੇ ਅਸੀਂ ਉਸੀ ਦਾ ਰੂਪ ਬਦਲਿਆ ਹੋਇਆ ਬ੍ਰਹਮ ਗਿਆਨੀ ਲਿਆ ਕੇ ਬਿਠਾ ਦਿੱਤਾ। ਸੰਤ ਜੀ ਜੋ ਕੰਮ ਬ੍ਰਾਹਮਣ ਕਰਦਾ ਸੀ ਕਿ ਮੈਂ ਬ੍ਰਾਹਮਣ, ਮੈਂ ਰੱਬ ਦਾ ਮਤਲਬ ਮਿਲਿਆ ਹੋਇਆ, ਮੈਂ ਰੱਬ ਨੂੰ ਮਿਲਵਾਉਣ ਵਾਲਾ, ਅਸੀਂ ਉਹੀਓ ਰੂਪ ਬ੍ਰਹਮ ਗਿਆਨੀ ਦਾ ਚਿੱਟੇ ਕੱਪੜੇ ਜਾਂ ਉਹਨੂੰ ਹਿਸਾਬ ਦੇ ਨਾਲ ਉਸ ਵੇਸ਼ ਭੂਸ਼ਾ ਬਦਲ ਕੇ ਉਹ ਬਿਠਾ। ਹੁਣ ਉਹ ਬ੍ਰਹਮ ਗਿਆਨੀ ਜਿਹੜੇ ਸੀ ਨਾ, ਉਹ ਕਹਿੰਦੇ ਸੀ ਮੈਂ ਮਿਲਾਉਣ ਵਾਲਾ, ਮੇਰੇ ਕੋਲ ਆਓ। ਜੋ ਕੰਮ ਬ੍ਰਾਹਮਣ ਕਰਦਾ ਸੀ ਸੇਮ ਕੰਮ ਉਹ ਕਰਦਾ, ਸਿਰਫ ਸ਼ਕਲ ਸੂਰਤ ਥੋੜੀ ਜਿਹੀ ਬਦਲੀ ਹੋਈ ਹੈ। ਅਸੀਂ ਉਹਨਾਂ ਦੇ ਪੈਰਾਂ 'ਚ ਜਾ ਕੇ ਡਿੱਗੇ, ਉਹਨਾਂ ਨੂੰ ਆਗੂ ਬਣਾ ਲਿਆ। ਹੁਣ ਇਹ ਬ੍ਰਹਮ ਗਿਆਨੀ ਜੀ, ਸੰਤ ਜੀ, ਜਾਂ ਜਿਹੜੇ ਮਹਾਰਾਜ ਜੀ ਹੈਗੇ ਨੇ, ਜਾਂ ਸ਼੍ਰੀਮਾਨ ਜੀ ਹੈਗੇ ਨੇ 108 ਜੋ ਵੀ ਹੈਗੇ ਨੇ, ਇਹ ਸਾਡੇ ਹੁਣ ਮਤਲਬ ਐਸੇ ਚੱਕਰਾਂ 'ਚ ਫਸਾਇਆ ਹੋਇਆ, ਮਤਲਬ ਅਸੀਂ ਬੰਦਾ ਆਮ ਨਿਕਲ ਹੀ ਨਹੀਂ ਸਕਦਾ। ਮੈਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ। ਮੈਂ ਫੈਕਟਰੀ ਗਿਆ ਕਿਸੇ ਦੀ, ਤੇ ਬਾਹਰੋਂ ਉਹਦੇ ਅੰਦਰੋਂ ਨਿਕਲਿਆ, ਕਹਿੰਦਾ ਜੀ ਬੰਦੇ ਹੀ ਨਹੀਂ ਹੈਗੇ, ਕੰਮ ਨਹੀਂ ਹੋ ਰਿਹਾ ਜੀ, ਅੱਜ ਕੱਲ੍ਹ ਸਭ ਚੀਜ਼ ਦਾ ਪ੍ਰੋਬਲਮ ਹੈਗੀ। ਤੇ ਬਾਹਰ ਨਿਕਲਿਆ, ਮੈਂ ਗੱਡੀ ਪਿੱਛੇ ਖੜੀ ਸੀ, ਮੈਂ ਉੱਥੇ 2 ਮਿੰਟ ਖੜਾ ਹੋਇਆ। ਕੋਈ ਇੰਨੀ ਦੇਰ ਉਹ ਆ ਗਏ 2 ਬਾਬੇ,
ਹਾਂਜੀ, ਉਹਨਾਂ ਸੋਚਿਆ ਜੀ ਇਹਨਾਂ ਦੀ ਹੋਣੀ ਫੈਕਟਰੀ, ਬੜਾ ਇਹ ਉਹ ਬੜੀ ਉਹਨੇ ਗੱਲਾਂ ਪੱਲੇ ਘੁਮਾਉਂਦੇ ਨੇ, ਸਰ ਜੀ ਇਹ ਬਰਕਤ ਇਹ ਉਹ ਹੋਗੀ। ਮੈਂ ਕਿਹਾ ਬੋਲੋ ਦੋ ਕੁਝ, ਇੱਕ ਥੋੜੀ ਉਮਰ ਦਾ ਘੱਟ ਦਾ ਸੀ, ਇੱਕ ਥੋੜੀ ਵੱਡੀ ਉਮਰ ਦਾ ਸੀ। बाबा जी को कुछ, मैं क्या क्या दें, कुछ आप दान पुण्य करो। मैं क्या क्यों करें, मतलब किस बात, मैं पैसे आप मांग रहे हो, मैं आपको पैसे क्यों दूं, आप मेरे को कारण बता दो, बात मैं देता हूँ अभी। ਉਹ ਵੱਡਾ ਫਿਰ ਆਇਆ, ਕਹਿੰਦਾ ਹਾਂ, ਕਹਿੰਦਾ ਫਸ ਗਿਆ ਬੰਦਾ, ਤੇ ਕਹਿੰਦਾ ਪੂਰਨਮਾਸ਼ੀ ਹੈ, ਪਤਾ ਨਹੀਂ ਅੱਜ ਪੂਰਨਮਾਸ਼ੀ ਹੈ ਕਦੋਂ ਹੈ, पूर्णमासी है। मैं क्या फिर पूर्णमासी है, फिर क्या हो गया, वो तो क्या होता है पूर्णमासी, पूरा चांद होता है पूरा। मैं क्या फिर, मैं क्या पूरा चांद होता है, हाँ। मैं कब होता है, कहना पूर्णमासी को होता है। मैं क्या बाबा जी 5वीं क्लास का भूगोल का पढ़ने वाला बच्चा है ना, वो भी बता देगा कि चांद हमेशा पूरा ही होता है, धरती गोल है, कभी आधा दिखता है, कभी कम दिखता है, कभी ज़्यादा दिखता है। नहीं, ये तो सैकड़ों हजारों सालों से चलता है। मैं हजारों सालों की कहानी खत्म हो गई। अब भूगोल पढ़ने वाला 5वीं क्लास का बच्चा बता देता है कि चांद हमेशा पूरा होता है, दिखता आधा है। और कोई बात है बताओ, और क्या बताएं। मैं क्या और बताओ फिर क्या, मतलब इस बात के तो पैसे नहीं मिलते। कहना साई आपने देना तो देवा, दिमाग मत खाओ। औखा ही हो गया, दिमाग मत खाओ। मैं क्या दिमाग मत खाओ, अगर पैसे लेने हैं अंदर आ जाओ, माल काटो, काम कर, माल बंदे है नहीं है, लेबर की कमी है। अगर आपको चाहिए पैसे मिल जाएंगे, अंदर माल का काटो तो पैसे ले लो, और चलो चल चल, मतलब थोड़ी ना खुंदगी। और 2-4 होर बंदे वर्कर हंसने लग गए। कहना जी सारी इनको तो ऐसे कोई बोलता ही नहीं है, ये तो हमेशा आगे सिर पे खड़े हो जाते हैं, ऐसे तो कभी आज सुना ही नहीं हमने। ਹੁਣ ਮੈਂ ਕੀ ਕੀਤਾ ਉਹਦੇ 'ਚ, ਮੈਂ ਤਾਂ ਸਿਰਫ ਉਹਨਾਂ ਨੂੰ ਇੱਕ ਹੌਸਲਾ ਹੋਇਆ ਕਿ ਯਾਰ ਇਹਨਾਂ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ, ਇਹਨਾਂ ਨੂੰ ਜਵਾਬ ਦਿੱਤਾ ਜਾ ਸਕਦਾ, ਇਹਨਾਂ ਨੂੰ ਕੁਐਸਚਨ ਕੀਤਾ ਜਾ ਸਕਦਾ। ਲੋਕ ਡਰਦੇ ਆ ਕਿ ਇੱਥੇ ਕਿਤੇ ਹੋਣਾ ਹਾਂ, ਬਸ ਸਰ ਸ਼ਰਾਬ ਦੇ ਜਾਏ ਜੇ ਆਪਣੀ ਮੋਟੀ ਕਮਲੇ ਕਰਦੇ ਤਾਂ ਕੋਈ ਗੱਲ ਨਹੀਂ ਕੀ ਦੇਣਾ ਕੋਈ ਹੈ ਚਾਹਤਾ। ਹਾਂ, ਹੁਣ ਜਿਹੜੇ ਨੇ ਇਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ, ਇਹਨਾਂ ਕੋਲ ਡਰਦੇ ਨੇ ਲੋਕੀ। ਹੁਣ ਉਹ ਜਿਹੜੇ 3-4 ਬੰਦੇ ਜਿਹੜੇ ਆਸ-ਪਾਸ ਖੜੇ ਸੀ, ਉਹਨਾਂ ਨੇ ਦੇਖਿਆ ਵੀ ਇਹ ਤੇ 1 ਮਿੰਟ ਦੇ ਇਹਨਾਂ ਦਾ ਰੂਪ ਸਾਹਮਣੇ ਆ ਗਿਆ। ਉਹ ਇੱਕਦਮ ਹੀ ਹੋ ਗਿਆ ਕਿ ਇਹ ਬੰਦੇ ਸੁਣ ਰਹੇ ਨੇ ਆਸ-ਪਾਸ, ਤੇ ਕਹਿ ਕੀ ਰਿਹਾ, ਤੇ ਸਾਡੀ ਤੇ ਅਸੀਂ ਤੇ ਹੱਥ ਕਰਨ ਵਾਲੇ ਆ, ਤੇ ਸਾਨੂੰ ਕੁਐਸਚਨ ਹੋ ਰਹੇ ਨੇ। ਉਹ ਖੁੰਦ ਖਾ ਕੇ ਚਲੇ ਗਏ। ਤਾਂ ਮੇਰੇ ਕਹਿਣ ਦਾ ਮਤਲਬ ਹੈ, ਇਹ ਜਿਹੜੀ ਬਰਾਬਰਤੀ ਵਾਲੀ ਜਿਹੜੀ ਗੱਲ ਹੈ ਨਾ, ਇਹ ਇਹ ਜ਼ਰੂਰੀ ਨਹੀਂ, ਹਰ ਇੱਕ ਦੀ ਇੱਕ ਡਿਊਟੀ ਹੈਗੀ ਹੈ ਸਾਡੀ। ਜੇ ਅਸੀਂ ਸਮਾਜ 'ਚ ਵਿਚਰ ਰਹੇ ਹਾਂ ਤੇ ਹਰ ਇੱਕ ਬੰਦੇ ਨੂੰ ਬਰਾਬਰੀ ਦਾ ਹੱਕ ਦੇਣਾ, ਉਹਨਾਂ ਨੂੰ ਉਹਨਾਂ ਦੇ ਮਾਨਸਿਕ ਤੌਰ ਤੇ ਉਹਨਾਂ ਨੂੰ ਉੱਚਾ ਚੁੱਕਣਾ, ਇਹ ਸਾਡੀ ਵੀ ਕੋਈ ਡਿਊਟੀ ਬਣਦੀ ਹੈ। ਖਾਲੀ ਇਹ ਨਹੀਂ ਕਿ ਇੱਕ ਦਬੇ ਹੋਏ ਨੇ ਵਰਕਰ ਹੀ ਹੈਗੇ ਨੇ ਜਾਂ ਇੱਕ ਸੜਕ ਤੇ ਰਿਕਸ਼ਾ ਚਲਾਉਣ ਵਾਲਾ। ਹੁਣ ਇਸ ਤੋਂ ਇਲਾਵਾ ਜਿਹੜੇ ਅੱਗੇ ਚੱਲੀਏ ਨਾ, ਇਹ ਬ੍ਰਹਮ ਗਿਆਨੀ ਵੀ ਹੁਣ ਕਈ ਕੈਟੇਗਰੀ ਹੈਗੇ ਨੇ ਜਿਹੜੀ ਉਹ ਬ੍ਰਾਹਮਣ ਦੇ ਗ੍ਰਿਪ 'ਚ ਹੈਗੇ ਨੇ। ਕੁਛ ਹੈਗੇ ਨੇ ਜਿਹੜੇ ਬ੍ਰਾਹਮਣ ਦੀ ਗ੍ਰਿਪ 'ਚੋਂ ਨਿਕਲ ਕੇ ਬ੍ਰਹਮ ਗਿਆਨੀਆਂ ਸੰਤਾਂ ਦੀ ਗ੍ਰਿਪ 'ਚ ਆ ਗਏ, ਔਰ ਡੇਰੇ ਵਾਲੇ। ਔਰ ਉਸ ਤੋਂ ਇਲਾਵਾ ਜਿਹੜੇ ਹੈਗੇ ਨੇ ਕੁਛ ਐਸੇ ਵੀ ਹੈਗੇ ਨੇ ਜਿਹੜੇ ਬ੍ਰਹਮ ਗਿਆਨੀ ਸੰਤਾਂ ਦੇ ਕੋਲ ਨਹੀਂ ਜਾਂਦੇ ਜੀ। ਅਸੀਂ ਨਹੀਂ ਮੰਨਦੇ ਕਿਸੇ ਉਹਨੂੰ। ਉਹ ਹੁਣ ਤੀਜੀ ਕੈਟੇਗਰੀ ਦੇ ਹੈਗੇ ਨੇ ਜਿਹੜੇ ਕਿ ਕਥਾਕਾਰਾਂ ਦੇ 'ਚ ਫਸ ਗਏ। ਕੀਰਤਨੀਆਂ ਕਥਾਕਾਰ, ਉਹ ਸਾਡੇ ਉਹ ਇੱਕ ਹੋਰ ਧੜਾ ਬਣ ਗਿਆ, ਉਹਨਾਂ ਨੂੰ ਆਗੂ ਬਣਾ ਲਿਆ। ਫਲਾਣੇ ਕਥਾਕਾਰ ਜੀ ਜੋ ਹੈ ਕਹਿ ਦੇਣਗੇ, ਉਹ ਚੱਲ ਰਿਹਾ ਹੁਣ ਬਸ। ਹੁਣ ਇਹ ਆਗੂ ਹੋ ਗਏ ਸਾਡੇ। ਮਤਲਬ ਕਹਿਣ ਦਾ ਕਿ ਹੁਣ ਇਹ ਇੱਕ ਨਵੇਂ ਆਗੂ ਬਣਾ ਲਿਆ ਸੀ, ਕਥਾਕਾਰ ਪ੍ਰਚਾਰਕ। ਕੋਈ ਕੁਐਸਚਨ ਨਹੀਂ ਹੈ, ਕੋਈ ਸਵਾਲ ਨਹੀਂ ਹੈ। ਮੈਂ ਤਾਂ ਹੈਰਾਨ ਹੁੰਦਾ, ਜਰਾ ਜਿਹਾ ਤੁਸੀਂ ਇਹਨਾਂ ਨੂੰ ਬੁਲਾ ਕੇ ਅਸੀਂ ਇੰਨਾ ਪੈਸਾ ਦਿੰਦੇ ਹਾਂ, ਸਭ ਕੁਝ ਕਰਦੇ ਹਾਂ ਨਾ, ਕੋਈ ਗੱਲ ਨਹੀਂ। 30,000 ਦਿਓ, 31,000 ਦਿਓ, 51,000, ਲੱਖ ਰੁਪਇਆ, ਕੋਈ ਦਿੱਕਤ ਨਹੀਂ ਦੇ ਲੈਣ, ਕੋਈ ਦਿੱਕਤ ਨਹੀਂ ਹੈ। ਪਰ ਜਿਸ ਚੀਜ਼ ਦੇ ਪੈਸੇ ਲੈ ਰਹੇ ਹੋ ਪੱਲੇ ਤੇ ਪਾਓਗੇ। ਆਮ ਤੁਸੀਂ ਮਤਲਬ ਸਧਾਰਨ ਗੱਲ ਦੇਖੀਏ, ਮੰਨ ਲਓ ਅਸੀਂ ਗੱਡੀ ਠੀਕ ਕਰਾਉਂਦੇ ਹਾਂ, ਅਸੀਂ ਗੱਡੀ ਠੀਕ ਕਰਾਈ, ਉਹਨੂੰ ਦੱਸਿਆ ਵੀ ਇਹ ਆਵਾਜ਼ ਆ ਰਹੀ ਹੈ, ਇਹਦੇ 'ਚ ਦਿੱਕਤ ਆ ਰਹੀ ਹੈ, ਥੋੜ੍ਹੀ ਬੈਲੈਂਸਿੰਗ ਵੀ ਨਹੀਂ ਹੈ, ਥੋੜ੍ਹੀ ਸਾਈਡ ਜਾ ਰਹੀ ਹੈ, ਜਾਂ ਕੋਈ ਵੀ ਕੰਮ ਅਸੀਂ 3-4 ਕੰਮ ਦੱਸੀਏ, ਉਹ 4-5 ਕੰਮ ਸਾਰਾ ਮਕੈਨਿਕ ਸਾਡਾ ਕੰਮ ਕਰਦਾ ਹੈ, ਹਾਂ ਵੀ ਹੈ। ਉਸ ਤੋਂ ਬਾਅਦ ਜਾਂਦੇ ਆ ਕਿ ਅਸੀਂ ਪੈਸੇ ਦਿੰਦੇ ਹਾਂ, ਉਹ ਪਹਿਲੇ ਕਹਿੰਦੇ ਆ ਯਾਰ ਇੱਕ ਮਿੰਟ ਦੇ ਟਰਾਈ ਕਰਕੇ ਆਉਂਦੇ ਹਾਂ, ਹੈ ਨਾ, ਇੱਕ ਟਰਾਇਲ ਲੈ ਕੇ ਆਉਂਦੇ ਹਾਂ, ਘੁੰਮ ਕੇ ਆਉਂਦੇ ਹਾਂ, ਤਸੱਲੀ ਨਹੀਂ ਹੁੰਦੀ, ਫਿਰ ਕਹਿੰਦੇ ਨਹੀਂ ਯਾਰ ਅਜੇ ਤੇ ਆਵਾਜ਼ ਆ ਰਹੀ ਆ, ਹਜੇ ਇਹ ਥੋੜ੍ਹਾ ਜਿਹਾ ਸਾਈਡ 'ਤੇ ਜਾ ਰਹੀ ਹੈ, ਦੁਬਾਰਾ ਕਰ, ਉਹ ਦੁਬਾਰਾ ਦਿਖਦਾ, ਉਹ ਸਾਰੀ ਤਸੱਲੀ ਕਰਕੇ ਫਿਰ ਪੈਸੇ ਦਿੰਦੇ ਆ। ਇੱਥੇ ਕੀ ਕਰਦੇ ਆ, ਅਜੇ ਕਥਾ ਖਤਮ ਨਹੀਂ ਹੁੰਦੀ, ਉਹਨਾਂ ਨੂੰ ਸਰੋਪਾ ਪਾ ਕੇ ਲਿਫਾਫਾ ਫੜਾ ਦਈਦਾ ਪਹਿਲੇ। ਕਿਉਂ ਬਈ? ਜਿਹੜੇ ਕੰਮ ਆਏ ਨੇ ਉਹ ਪਹਿਲੇ ਉਹਨਾਂ ਦਾ ਕੰਮ ਦੇਖਿਆ ਸੀ, ਕੰਪਲੀਟ ਹੋ ਗਿਆ। ਜਿਹੜੇ ਅਸੀਂ ਕਥਾ ਕਰਨ ਆਏ ਨੇ ਉਹ ਬਿਲਕੁਲ ਠੀਕ ਕੀਤਾ ਕੰਮ ਉਹਨਾਂ ਨੇ, ਆਖਿਰ ਪੇਮੈਂਟ ਕਰ ਰਹੇ ਨਾ ਅਸੀਂ।
ਪੇਮੈਂਟ ਕਰ ਰਹੇ ਹਾਂ ਅਸੀਂ, ਦੇ ਰਹੀ ਹੈ, ਪੈਸੇ ਲੈ ਕੇ ਆ ਰਹੇ ਨੇ ਅਸੀਂ, ਚਲੋ ਠੀਕ ਹੈ ਪੈਸੇ ਲੈਣਾ, ਉਹਨਾਂ ਦੀ ਇੱਕ ਰੋਜ਼ਗਾਰ ਕਹਿ ਲਓ ਜਾਂ ਉਹਨਾਂ ਦੀ ਜਿਹੜੀ ਘਰ ਚਲਾਉਣਾ ਹੈ, ਜੋ ਵੀ ਕਰਨਾ ਕੋਈ, ਲੇਕਿਨ ਉਸ ਦੇ ਬਦਲੇ ਜੋ ਦੇ ਰਹੇ ਨੇ, ਕਿ ਅਸੀਂ ਚੈੱਕ ਕੀਤਾ, ਉਹਨੇ ਟਰਾਇਲ ਕੀਤਾ ਕਿ ਹਾਂ ਵੀ ਜੋ ਕੰਮ ਕੀਤਾ ਬਿਲਕੁਲ ਸਹੀ ਕਰ ਰਹੇ ਨੇ। ਕਿ ਅਸੀਂ ਐਸਾ ਕੋਈ ਪ੍ਰੋਗਰਾਮ, ਮੈਂ ਤਾਂ ਕਈ ਵਾਰੀ ਗੱਲ ਕਰਦਾ, ਪ੍ਰੋਗਰਾਮ ਬਣਾਇਆ ਸੀ ਕਿ ਜਿਹੜਾ ਵੀ ਕਥਾਕਾਰ, ਪ੍ਰਚਾਰਕ, ਰਾਗੀ ਜਿਹੜਾ ਆਏਗਾ ਉਹਨੂੰ ਕੰਡੀਸ਼ਨ ਹੋਏ ਕਿ ਤੁਸੀਂ ਇੱਥੇ ਕਥਾ ਕਰੋ, ਪ੍ਰਚਾਰ ਕਰੋ, ਕੀਰਤਨ ਕਰੋ, ਵਿਆਖਿਆ ਕਰੋ, ਜੋ ਕਰਨਾ ਹੈ ਕਰੋ। ਕਰਨ ਤੋਂ ਬਾਅਦ ਤੁਸੀਂ 1 ਘੰਟੇ ਦਾ ਟਾਈਮ, ਅੱਧਾ ਘੰਟਾ ਵਿਆਖਿਆ ਕਰੋਗੇ, ਅੱਧਾ ਘੰਟਾ ਤੁਹਾਡੇ ਕੋਲ ਕੁਐਸਚਨ ਪੁੱਛੇ ਜਾਣਗੇ ਜੋ ਤੁਸੀਂ ਬੋਲੇ, ਆਨਸਰ ਦਿਓਗੇ, ਜੋ ਤੁਸੀਂ ਬੋਲ ਕੇ ਗਏ ਹੋ ਨਾ, ਔਰ ਪੇਮੈਂਟ ਹੋਏਗੀ ਤਾਂ ਹਾਂ, ਕੋਈ ਨਹੀਂ ਆਏਗਾ, ਤੁਹਾਡੀ ਤਸੱਲੀ ਲੋਕ ਸੰਗਤ ਤਸੱਲੀ ਕਰਾਓ, ਫਿਰ ਪੇਮੈਂਟ ਮਿਲੇਗੀ। ਦੇਖੋ ਕਿਹਨੇ ਆਉਂਦੇ ਨੇ, ਕੋਈ ਨਹੀਂ ਆਏਗਾ, ਕੋਈ ਨਹੀਂ ਆਉਂਦਾ, ਕੋਈ ਸਵਾਲ ਨਹੀਂ ਹੈ। ਰੁਕਦਾ ਹੀ ਨਹੀਂ ਹੈ ਪਿੰਦਰਪਾਲ ਸਿੰਘ, ਤਾਂ ਰੁਕਦਾ ਹੀ ਨਹੀਂ ਹੈ, ਕਿੰਨੇ ਰੁਕਦੇ ਆ। ਉਹ ਸਵਾਲ ਹੋਏ, ਇੱਕ ਉਹ ਬੈਠਾ, ਕੀ ਨਾਮ, ਬੰਤਾ ਸਿੰਘ, ਪਿੱਛੇ ਜੇ ਉਹਨੇ ਉਹ ਕੀਤਾ ਕਿ ਉਹ दूध पियो गोविंदे राय, ਉਹ ਬੜੇ ਮਤਲਬ ਜੋਰ ਸ਼ੋਰਾਂ ਨਾਲ ਕਹਿੰਦਾ ਪਿਆ, ਉਹ ਅੰਦਰ ਕਿਹੜੀ ਗਾਂ ਮਾਂ ਬੰਨੀ ਹੈ ਜਿਹੜਾ ਦੁੱਧ ਪੀਏ ਕੱਢੋਗੇ। ਠੀਕ ਹੈ, ਚੀਪ ਹੈ ਬੇਟਾ, ਆਰਾਮ ਸੇ, ਠੀਕ ਹੈ। ਹੁਣ ਦੱਸੋ, ਉਹਨਾਂ ਨੂੰ ਕੁਐਸਚਨ ਕੋਈ ਪੁੱਛੇ ਉੱਥੇ, ਮੈਂ ਉੱਥੇ ਦੇਖ ਰਿਹਾ ਸੀ ਜਦੋਂ ਉਹਨੂੰ ਪੁੱਛਿਆ ਵੀ ਅੰਦਰ ਉਹ ਕਿਹੜਾ, ਜੇ ਦੁੱਧ ਲੈਣ ਦੀ ਗੱਲ ਹੈਗੀ ਹੈ, दूध पियो गोविंदे, नामदेव जी ਦਾ ਹੈਗਾ, दूध पियो गोविंदे राय वाली ਜਿਹੜੀ ਗੱਲ ਮੈਂ ਕਰ ਰਿਹਾ ਸੀ। ਹੁਣ ਉਹ ਕਹਿੰਦਾ ਕਿਹੜਾ ਦੁੱਧ ਹੈਗਾ, ਕਿਹੜੀ ਉਹ ਗਾਂ ਚਾਹੁੰਦੇ ਹੋ, ਕਿਹੜੀ ਅੰਦਰ ਗਾਂ ਹੈ ਮਤਲਬ ਉਹ ਘੁਮਾ ਦਿੱਤਾ ਉਹਨੇ, ਉਹਨੂੰ ਉਹਦੇ ਕੋਈ ਕੁਐਸਚਨ ਨਹੀਂ ਹੋਇਆ। ਪਰ ਜੇ ਕੋਈ ਕੁਐਸਚਨ ਕਰਨ ਵਾਲਾ ਹੋਏ ਉੱਥੇ ਬੈਠੇ, ਉਹਨੂੰ ਪੁੱਛੇ ਭਾਂਡਾ ਤੋਏ ਬੈਸ ਧੂਪ ਦਿਓ, ਤੂੰ ਦੁੱਧ ਕੋ ਜਾਓ, ਇਹਨੂੰ ਕੀ ਕਹੇਗਾ? दूध कर्म पुन सुरत नसायण है होए निराश जम, दुध का जिक्र मतलब ਇਹਨੂੰ ਕੋਈ क्वेश्चन करने वाला नहीं है। मैं ਉਹ ਪੜ੍ਹ ਰਿਹਾ ਸੀ, जत सत चावल दया कणक कर प्राप्त पाती दान, दूध कर्म संतोख कियो कर ऐसा मांगो दान, खीमा धीरज कर गऊ लवेरी सहजे बछड़ा खीर पिए, सिफत शर्म का कपड़ा मांगो हर गुण नानक रवत रवे। ਹੁਣ ਇਹ ਜਿਹੜੀ ਗੱਲ ਕੀਤੀ ਹੈ, ਖਿਮਾ ਧੀਰਜ ਕਰ ਗਊ ਲਵੇਰੀ, ਉਹ ਅੰਦਰ ਉਹ ਪੁੱਛਦਾ ਕਿਹੜੀ ਗਊ ਬੰਨੀ ਅੰਦਰ, ਇਹੀ ਮਤਲਬ ਉਹਨੂੰ ਕੋਈ ਕੁਐਸਚਨ ਕਰਨ ਵਾਲਾ ਨਹੀਂ ਹੈ, ਕੋਈ ਬਾਣੀ ਦਾ ਸਿਧਾਂਤ ਦੀ ਗੱਲ ਨਹੀਂ ਹੈ, ਕੁਛ ਨਹੀਂ ਹੈ। ਬਸ ਉਹ ਉਹਨੇ ਬੋਲ ਦਿੱਤਾ, ਲੋਕਾਂ ਨੇ ਸੁਣ ਲਿਆ, ਆਪਣੇ ਆਪਣੇ ਘਰ ਚਲੇ ਗਏ, ਉਹ ਆਪਣਾ ਪੈਕਟ ਲਿਆ, ਉਹਨੇ ਘਰ ਚਲਾ ਗਿਆ, ਕੋਈ ਉਹਨੂੰ ਸਵਾਲ ਨਹੀਂ ਹੈ। ਅਸੀਂ ਘਰ ਦੇ ਵੀ ਕੰਮ ਕਰਾ ਲਓ ਕੋਈ, ਮੈਂ ਕਹਿੰਦਾ ਇੱਕ ਜਰਾ ਜਾ ਤੁਸੀਂ ਪਲੰਬਰ ਬੁਲਾਓ, ਲੀਕੇਜ ਹੋਏ ਫੜ ਕੇ ਲਿਆਉਂਦੇ ਅਸੀਂ ਦੁਬਾਰਾ, ਲੀਕੇਜ ਠੀਕ ਕਰਕੇ ਜਾਓ, ਪੈਸੇ ਕਾਹਦੇ ਲੈ ਕੇ ਗਿਆ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਸੋ ਲੇਕਿਨ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਹੁੰਦੀਆਂ ਨਾ, ਕੀਤੀਆਂ ਜਾਂਦੀਆਂ, ਅਸੀਂ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਦੇ ਪ੍ਰੋਡਕਟ ਹੈਗੇ ਨੇ, ਜਿਹੜੀ ਸਾਹਿਬ ਜਿਹੜੇ ਫੈਕਟਰੀਆਂ ਵਾਲੇ ਨੇ, ਸਾਨੂੰ ਲੋਕਾਂ ਨੂੰ ਪਤਾ ਹੈਗਾ ਕਿ ਵੀ ਜਿਹੜਾ ਕੰਮ ਫੈਕਟਰੀ ਦੇ ਜਿਹੜੇ ਪ੍ਰੋਡਕਟ ਬਣਾਉਂਦਾ ਨਾ, ਜੇ ਜਿਸ ਰੇਂਜ ਦੀ ਇੱਕ ਚੀਜ਼ ਬਣਾ ਰਹੇ, ਜੇ 4-6 ਮਹੀਨੇ ਬਾਅਦ ਨਵਾਂ ਪ੍ਰੋਡਕਟ ਲਾਂਚ ਨਾ ਕਰੀਏ ਨਾ, ਤੇ ਮਾਰਕੀਟ 'ਚ ਆਊਟ ਹੋ ਜਾਏਗਾ। ਉਹਨਾਂ ਨੂੰ ਕਰਨਾ ਪੈਂਦਾ, ਨਵੀਂ ਕੋਈ ਚੀਜ਼ ਕਾਢ ਕੱਢਣੀ ਪੈਂਦੀ ਹੈ, ਤਾਂ ਹੀ ਉਹ ਮਾਰਕੀਟ 'ਚ ਸਟੇਬਲ ਰਹਿ ਸਕਦਾ ਬੰਦਾ। ਤੇ ਅਸੀਂ ਤਰੀਕੇ ਨਾਲ ਆਏਗਾ, ਨਵੀਂ ਮਰਿਆਦਾ, ਨਵੇਂ ਪਾਠ, ਨਵੀਆਂ ਚੀਜ਼ਾਂ, ਨਵਾਂ ਪ੍ਰੋਡਕਟ ਆਪਣਾ ਮਾਰਕੀਟ ਲਾਂਚ ਕਰਦੇ ਨੇ। ਓ ਮਾਈ ਗॉड, ਭਗਵਾਨ ਲਾਂਚ ਕਰਦਾ ਸੀ ਨਾ, ਕਰਦੇ ਨੇ। ਲੇਕਿਨ ਜਦ ਤੱਕ ਵਿਚਾਰ ਨਹੀਂ ਹੋਏਗੀ, ਠੀਕ ਢੰਗ ਦੀ ਵਿਚਾਰ ਨਹੀਂ ਹੋਏਗੀ, ਤਦ ਤੱਕ ਸਰ ਪ੍ਰੋਡਕਟ ਹੀ ਰਹਿ ਜਾਣਗੇ। ਅਸੀਂ ਉਹਨਾਂ ਨੂੰ ਆਗੂ ਬਣਾ ਲਿਆ, ਜਿਨ੍ਹਾਂ ਨੇ ਕੋਈ ਨਵੀਂ ਚੀਜ਼ ਪੇਸ਼ ਕੀਤੀ, ਨਵੀਂ ਚੀਜ਼ ਲੈ ਕੇ ਆਏ। ਇਹਦੇ ਨਾਲ ਕੋਈ ਜ਼ਿਆਦਾ ਧਰਮ ਕਰਮ ਹੁੰਦਾ। ਸ਼ਬਦ ਵਿਚਾਰ ਦੀ, ਸਹੀ ਢੰਗ ਦੇ ਸਿਧਾਂਤਾਂ ਦੀ, ਸੱਜਣ ਠੱਗ ਦੀ ਅਸੀਂ ਗੱਲ ਕਰਦੇ, ਸਾਨੂੰ ਸੱਜਣ ਠੱਗ ਨੇ ਸ਼ਬਦ ਸੁਣਿਆ, ਉਹ ਬਦਲ ਗਿਆ। ਮੈਨੂੰ ਤਾਂ ਨਹੀਂ ਲੱਗਦਾ ਸਿਰਫ ਸ਼ਬਦ, ਕਿਆ ਗੁਰੂ ਨਾਨਕ ਸਾਹਿਬ ਨੇ ਵਿਚਾਰ ਨਾ ਕੀਤੀ ਹੋਈ ਉਹਦੀ ਸ਼ਬਦ ਦੀ, ਖਾਲੀ ਇੱਕ ਉਹ ਉਹਨਾਂ ਦੀ ਗਾਇਕੀ ਸੁਣ ਕੇ ਬਦਲ ਗਿਆ। ਵੀ ਜ਼ਰੂਰ ਵਿਚਾਰ ਹੋਈ ਹੋਏਗੀ, ਜ਼ਰੂਰ ਵਿਚਾਰ ਹੋਈ ਹੋਏਗੀ ਕਿ ਇਸ ਸ਼ਬਦ ਦੇ ਕੀ ਅਰਥ ਨੇ, ਤੁਸੀਂ ਕੀ ਗਾ ਰਹੇ ਹੋ। ਗੁਰੂ ਸਾਹਿਬ ਨੇ ਉਹ ਸ਼ਬਦ ਦੇ ਅਰਥ ਜ਼ਰੂਰ ਦੱਸੇ ਹੋਣਗੇ, ਉਹ ਅਰਥ ਸੁਣ ਕੇ, ਉਹ ਵਿਚਾਰ ਸੁਣ ਕੇ ਉਹ ਚੇਂਜ ਹੋਇਆ, ਨਾ ਕਿ ਸਿਰਫ ਉਹ ਗਾਇਨ ਤੇ ਬਣਿਆ ਨਾ ਸੁਣਿਆ। ਕੀਰਤਨ ਸੁਣਦੇ, ਇਹ ਅਸੀਂ ਉਸ ਚੀਜ਼ ਦੇ ਨਾਲ ਬਸ ਕੀ ਦੱਸੀਏ ਹੁਣ ਤੁਹਾਨੂੰ, ਅੰਨਾ ਆਗੂ ਜਿਹੜਾ ਨਾ, ਅੰਨਾ ਆਗੂ ਜੇਤੀਏ, ਬਸ ਉਹ ਅੰਨੇ ਆਗੂ ਅਸੀਂ ਆਪਣੇ ਸਾਹਮਣੇ ਬਿਠਾ ਲਏ ਨੇ, ਔਰ ਉਹ ਸਾਨੂੰ ਜਿੱਥੇ ਧੂਕ ਲਈ ਜਾ ਰਹੇ ਨੇ, ਜਿੱਥੇ ਸਾਨੂੰ ਖਿੱਚੀ ਜਾ ਰਹੇ, ਅਸੀਂ ਉਧਰ ਤੁਰੀ ਜਾ ਰਹੇ ਹਾਂ। ਬਸ ਕੋਈ ਉਧਰ ਚੱਲ ਰਿਹਾ, ਕੋਈ ਆਪਣੇ ਧੜੇ ਆਪਣੇ ਹਿਸਾਬ ਦੇ ਨਾਲ ਤੁਰੀ ਜਾ ਰਿਹਾ।
ਇੱਕ ਹੋਰ ਸਾਨੂੰ ਉਸ ਤੋਂ ਬਾਅਦ ਮੈਂ ਅਗਲਾ ਸਟੈਪ ਦੱਸਦਾ। ਇੱਕ ਬ੍ਰਾਹਮਣ ਪ੍ਰੋਪਰ ਦੇ ਚ ਹੋ ਗਏ, ਇੱਕ ਉਸ ਤੋਂ ਬਾਅਦ ਬ੍ਰਹਮ ਗਿਆਨੀਆਂ ਦੀ ਗ੍ਰਿਪ ਚ ਹੋ ਗਏ, ਜਿਹੜੇ ਉੱਥੋਂ ਦੀ ਨਿਕਲੇ ਹੋਰ ਆਪਣੇ ਆਪ ਨੂੰ ਜ਼ਿਆਦਾ ਪਿਓਰ ਸਮਝਦੇ ਨੇ, ਉਹ ਉਸ ਕਥਾਕਾਰਾਂ ਦੇ ਚ ਹੋ ਗਏ। ਹੁਣ ਉਸ ਤੋਂ ਜ਼ਿਆਦਾ ਜਿਹੜੇ ਪਿਓਰ ਸਮਝਣ ਵਾਲੇ ਨੇ ਉਹ ਕਹਿੰਦੇ ਨੇ ਜੀ ਅਕਾਲ ਤਖਤ ਮਹਾਨ ਹੈ, ਅਸੀਂ ਇਹਨਾਂ ਦੇ ਪੈਰੋਕਾਰ ਆ ਜੀ। ਅਸੀਂ ਤੇ ਨਾ ਸੰਤਾਂ ਬਾਬਿਆਂ ਦੇ ਜਾਂਦੇ ਆ, ਨਾ ਕਥਾਕਾਰਾਂ ਦੇ ਜਾਂਦੇ ਆ, ਨਾ ਬ੍ਰਾਹਮਣਾਂ ਦੇ ਜਾਂਦੇ ਆ। ਅਕਾਲ ਤਖਤ ਕੀ ਹੈ? ਬਿਲਡਿੰਗ ਹੈ। ਕੀ ਹੈ? ਇੱਕ ਬਿਲਡਿੰਗ ਹੈ, ਔਰ ਬਿਲਡਿੰਗ ਵੀ ਗੁਰੂ ਸਾਹਿਬ ਦੀ ਬਣਾਈ ਹੋਈ ਨਹੀਂ ਹੈ। ਕਿੰਨੀ ਵਾਰੀ ਢਾਹ ਕੇ ਹੁਣੇ ਬਣਾਈ ਸੀ ਉਹਨੇ, ਕਿਹੜਾ ਸੀ ਸੰਤਾ ਸਿੰਘ ਨੇ ਬਣਾਈ, ਪਹਿਲੇ ਉਹਨੇ ਬਣਾਈ, ਪਹਿਲੇ ਜਦੋਂ 84 ਦੇ ਵਿੱਚ ਢਾਈ ਗਈ, ਸੰਤਾ ਸਿੰਘ ਨੇ ਬਣਾਈ, ਸੰਤਾ ਸਿੰਘ ਨੇ ਢਾਹ ਕੇ ਫਿਰ ਦੁਬਾਰਾ ਨਵੀਂ ਬਣਾਈ ਗਈ, ਔਰ ਅਸੀਂ ਉਹਨੂੰ ਹੀ ਕਰ ਦਿੱਤੇ। ਅਕਾਲ ਤਖਤ ਦਾ ਅਸੀਂ ਮਤਲਬ ਸਮਝੀਏ। ਅਕਾਲ ਦਾ ਮਤਲਬ ਤੇ ਹੋਏਗਾ ਪਰਮਾਤਮਾ, ਤਖਤ ਦਾ ਮਤਲਬ ਹੁੰਦਾ ਇੱਕ ਸਥਾਨ। ਉਹ ਕਿਆ ਪਰਮਾਤਮਾ ਦਾ ਸਥਾਨ ਹੈ? ਉਹ ਕਿਆ ਪਰਮਾਤਮਾ ਉਸੇ ਸਥਾਨ ਤੇ ਬੈਠਾ ਹੈ? ਜੇ ਉਸ ਸਥਾਨ ਤੇ ਪਰਮਾਤਮਾ ਬੈਠਾ ਹੈ ਤੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਇਓ, ਦੂਜੀ ਕੁਦਰਤ ਸਾਜੀ ਕਰ ਆਸਣ ਡਿੱਠੋ ਚਾਓ। ਉਹਦਾ ਕੀ ਸਿਧਾਂਤ ਦਾ ਕੀ ਮਤਲਬ ਹੈ? ਪੂਰੀ ਕਾਇਨਾਤ ਦੇ ਵਿੱਚ ਉਹ ਰਚਿਆ ਵਸਿਆ ਹੈਗਾ। ਇਹ ਗੁਰਮਤ ਦਾ ਸਿਧਾਂਤ ਹੈਗਾ। ਕਿਆ ਉਸੇ ਜਗ੍ਹਾ ਤੇ ਬੈਠਾ ਹੋਇਆ? ਸਾਨੂੰ ਉਸੀ ਖਾਸ ਉਹਦੇ ਨਾਲ ਜੋੜ ਦਿੱਤਾ, ਇੱਕ ਹੋਰ ਨਵਾਂ ਧੜਾ ਬਣਾਤਾ। ਉਹਨਾਂ ਦੇ ਪਿੱਛੇ ਚੱਲੋ। ਅੱਜ ਜਿਹੜਾ ਮਾਹੌਲ ਚੱਲ ਰਿਹਾ ਇਸ ਟਾਈਮ, ਦੇਖੋ ਉੱਥੇ ਅਸੀਂ ਕਹਿ ਰਹੇ ਕਿ ਹਾਂ ਉੱਥੇ ਵੀ ਪਰਮਾਤਮਾ ਦਾ ਵਾਸਾ ਹੈਗਾ, ਲੇਕਿਨ ਸਭ ਜਗ੍ਹਾ ਹੈਗਾ। ਲੇਕਿਨ ਅਗਰ ਉੱਥੇ ਹੈ, ਮੰਨ ਲਓ ਜੇ ਗੁਰੂ ਸਾਹਿਬ ਦਾ ਵੀ ਲਈਏ, ਇੱਕ ਪ੍ਰਾਈਮ ਮਿਨਿਸਟਰ ਹੈ, ਠੀਕ ਹੈ। ਹੁਣ ਪ੍ਰਾਈਮ ਮਿਨਿਸਟਰ ਕਹਿੰਦੇ ਆ ਵੀ ਪ੍ਰਾਈਮ ਮਿਨਿਸਟਰ ਅੱਜ ਆਮ ਜਨਰਲ ਭਾਸ਼ਾ 'ਚ ਅਸੀਂ, ਜੇ ਪ੍ਰਾਈਮ ਮਿਨਿਸਟਰ ਦੀ ਸੀਟ ਤੇ ਕੌਣ ਹੈ? ਇੱਕ ਕਹਾਂਗੇ ਮੋਦੀ। ਉਹਨੂੰ ਕੋਈ ਖਾਸ ਸੀਟ ਹੈ ਜੋ ਉੱਤੇ ਬੈਠਾ ਹੋਇਆ? ਜਦੋਂ ਉੱਤੇ ਬੈਠੇਗਾ ਤਾਂ ਪ੍ਰਾਈਮ ਮਿਨਿਸਟਰ ਹੋਏਗਾ। ਪ੍ਰਾਈਮ ਮਿਨਿਸਟਰ ਦੀ ਸੀਟ ਦਾ ਮਤਲਬ ਹੈ ਇੱਕ ਪ੍ਰਾਈਮ ਮਿਨਿਸਟਰ ਦੀ ਅਥਾਰਟੀ ਹੈ। ਉਹ ਉੱਥੇ ਬੈਠ ਕੇ ਆਪਣੇ ਆਫਿਸ 'ਚ ਬੈਠ ਕੇ ਜਿਹੜਾ ਫੈਸਲਾ ਲੈਂਦਾ ਤਾਂ ਵੀ ਉਨੀ ਵੈਲਿਊ ਹੈ। ਉਹ ਕਿਤੇ ਹੋਰ ਬੈਠ ਕੇ ਫੈਸਲਾ ਲੈਂਦਾ ਤਾਂ ਵੀ ਉਨੀ ਵੈਲਿਊ ਹੈ। ਜੇ ਮੀਡੀਆ ਦੇ ਪੂਰੇ ਮੀਡੀਆ ਨੂੰ ਬੁਲਾ ਕੇ ਕਿਸੇ ਹੋਰ ਜਗ੍ਹਾ ਤੇ ਬੁਲਾ ਕੇ ਔਰ ਨੋਟਬੰਦੀ ਕਰ ਦਿੰਦਾ ਤਾਂ ਵੀ ਉਨੀ ਵੈਲਿਊ ਉਹਦੀ। ਉਹ ਆਪਣੀ ਸੀਟ ਤੇ ਬੈਠ ਕੇ ਥੋੜ੍ਹਾ ਕੀਤਾ, ਉਹਨੇ ਮੀਡੀਆ ਦੇ ਸਾਹਮਣੇ ਕੀਤਾ। ਪ੍ਰਾਈਮ ਮਿਨਿਸਟਰ ਦਾ ਸੀਟ ਦਾ ਮਤਲਬ ਹੈ ਇੱਕ ਅਥਾਰਟੀ। ਹੁਣ ਅਕਾਲ ਤਖਤ ਦਾ ਨਾਮ ਦਿੱਤਾ ਗਿਆ, ਜਿਸ ਤਰ੍ਹਾਂ ਦੁੱਖ ਨਿਵਾਰਨ ਇੱਕ ਨਾਮ ਦਿੱਤਾ ਹੈ। ਹੁਣ ਦੁੱਖ ਨਿਵਾਰਨ ਦਾ ਮਤਲਬ ਹੈ ਕਿ ਜਿਹੜਾ ਦੁੱਖ ਨਿਵਾਰਨ ਗਿਆ ਉਹਦਾ ਦੁੱਖ ਖਤਮ ਹੋ ਜਾਏਗਾ। ਇੱਕ ਨਾਮ ਹੈ ਅਕਾਲ ਤਖਤ, ਇੱਕ ਨਾਮ ਦਿੱਤਾ। ਲੇਕਿਨ ਜ਼ਰੂਰੀ ਨਹੀਂ ਕਿ ਸਾਰੇ ਫੈਸਲੇ ਉੱਥੇ ਹੀ ਹੋਣਗੇ। ਉੱਥੇ ਸਾਡਾ ਜਥੇਦਾਰ ਆਗੂ ਬਣਾ ਕੇ ਸਾਰੇ ਫੈਸਲੇ ਉੱਥੇ ਹੋਣੇ ਹੁੰਦੇ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਟਾਈਮ ਬਣਿਆ, ਉਹਨਾਂ ਨੇ ਬਣਾਇਆ। ਚਲੋ ਮੰਨ ਲਓ ਅਸੀਂ ਉਹਨਾਂ ਨੇ ਕਿਹਾ ਅੱਛਾ ਗੁਰੂ ਹਰਗੋਬਿੰਦ ਸਾਹਿਬ ਦੇ ਅਸੀਂ ਕਹੀਏ ਕਿ ਅਕਾਲ ਤਖਤ ਬਣਾਇਆ ਵੀ ਸਾਰੇ ਫੈਸਲੇ ਇੱਥੋਂ ਹੁੰਦੇ ਨੇ। ਗੁਰੂ ਹਰਿਰਾਏ ਸਾਹਿਬ ਨੂੰ ਜਿਹੜੀ ਗੁਰਕੱਤਾ ਗੱਦੀ ਦਿੱਤੀ ਗਈ ਉੱਥੇ ਹੋਇਆ ਫੈਸਲਾ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਉੱਥੇ ਹੋਇਆ। ਇੰਨਾ ਵੱਡਾ ਫੈਸਲੇ ਸੀ ਨਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਗੋਬਿੰਦ ਸਿੰਘ ਨੂੰ ਗੁਰਤਾ, ਇਹ ਤੇ ਬੜੇ ਵੱਡੇ ਫੈਸਲੇ ਸੀ ਨਾ ਕੌਮ ਦੇ। ਔਰ ਅਕਾਲ ਤਖਤ ਦੇ ਬਣਨ ਦੇ ਬਾਅਦ ਸੀ ਜਿਹੜੇ ਉੱਤੇ ਗਏ ਹੀ ਨਹੀਂ 1699 ਦੀ ਵਿਸਾਖੀ ਦਾ ਜਿਹੜਾ ਉਹ ਹੋਇਆ ਕਾਰਾ ਜੋ ਉਸ ਘਟਨਾ ਹੋਈ ਹੈ ਅਨੰਦਪੁਰ ਸਾਹਿਬ ਦੀ, ਉਹ ਵੀ ਅਨੰਦਪੁਰ ਸਾਹਿਬ ਹੋਈ। ਇੰਨੀ ਵੱਡੀ ਜਿਹੜੀ ਫੈਸਲਾ ਲਿਆ ਗਿਆ ਉਹ ਅਨੰਦਪੁਰ ਸਾਹਿਬ ਲਿਆ, ਉਹ ਵੀ ਅਕਾਲ ਤਖਤ। ਅਸੀਂ ਕਿਸ ਤਰ੍ਹਾਂ ਕਹਿ ਦੇ ਕਿ ਹਾਂਜੀ ਇੱਥੇ ਦਾ ਜਿਹੜਾ ਫੈਸਲਾ ਹੋਏਗਾ ਉਹ ਸਭ ਨੂੰ ਮਨਜ਼ੂਰ ਹੈ। ਇੱਕ ਨਵਾਂ ਧੜਾ ਬਣਾਤਾ, ਇੱਕ ਨਵਾਂ ਆਗੂ ਬਣਾ ਕੇ ਸਾਡੇ ਸਾਹਮਣੇ ਖੜੇ ਕਰਤੇ। ਹੁਣ ਇਹਨਾਂ ਦੇ ਪਿੱਛੇ ਚੱਲੋ। ਸੋ ਇਹ ਬੜੀਆਂ ਚੀਜ਼ਾਂ ਸਾਨੂੰ ਬਰੀਕ ਹੈਗੀਆਂ, ਸਾਨੂੰ ਸੋਚਣ ਵਾਲੀਆਂ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਕੀਤਾ ਕਰਨਾ ਕਹਿਆ ਕਥਨਾ ਭਰਿਆ। ਕੀਤਾ ਕਰਨਾ ਕਹਿਆ ਕਥਨਾ ਭਰਿਆ, ਭਰ ਧੋਵਾਂ ਭਰਿਆ ਕੀਤਾ ਕਰਨਾ ਕਹਿਆ ਕਥਨਾ ਭਰਿਆ, ਭਰ ਧੋਵਾਂ। ਜੋ ਮੇਰੇ ਅੰਦਰ ਭਰਿਆ ਹੋਇਆ ਉਹਨੂੰ ਹੀ ਮੈਂ ਧੋਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਇਤਨਾ ਉਸ ਹੱਦ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਗੁਰੂ ਸਾਹਿਬ ਕਿ ਆਪਣੇ ਆਪ ਨੂੰ ਕੋਈ ਆਗੂ ਬਣਾ ਕੇ ਨਹੀਂ ਪੇਸ਼ ਕੀਤਾ, ਇਤਨੀ ਗਿਆਨ ਦੇਣ ਦੇ ਬਾਵਜੂਦ। ਔਰ ਸਾਨੂੰ ਇੱਕ ਐਸਾ ਬਣਾ ਦਿੱਤਾ ਕਿ ਜਥੇਦਾਰ ਕਿ ਇਹ ਸਾਡੇ ਆਗੂ ਨੇ, ਹੁਣ ਇਹ ਜੋ ਕਹਿ ਦੇਣਗੇ ਬਸ ਉਹੀ ਸਭ ਕੁਝ ਹੋਏਗਾ। ਔਰ ਪੂਰੀ ਉਹ ਸੀਕੁਐਂਸ ਦੇਖੀ ਆਮ ਸਾਨੂੰ ਦੱਸੀ ਨਹੀਂ ਜਾਂਦੀ। ਮੇਰੇ ਖਿਆਲ ਯਾਨੀ ਕੇਵਲ ਸਿੰਘ ਸੀ ਸ਼ਾਇਦ, ਜਾਂ ਮੈਨੂੰ ਐਗਜ਼ੈਕਟ ਯਾਦ ਨਹੀਂ, ਉਹਨਾਂ ਨੇ ਐਪਲੀਕੇਸ਼ਨ ਲਗਾਈ ਸੀ ਪਿੱਛੇ ਜੇ ਜਥੇਦਾਰ ਅਕਾਲ ਤਖਤ
ਕਿ ਬਈ ਸਾਨੂੰ ਅਕਾਲ ਤਖਤ ਦਾ ਜਥੇਦਾਰ ਬਣਾਤਾ ਹੈ, ਘੱਟੋ ਘੱਟ ਸਾਡੀ ਤਨਖਾਹ ਤੇ ਸਾਨੂੰ ਪਹੁੰਚਾ ਦਿਆ ਕਰੋ, ਉੱਥੇ ਸਾਨੂੰ ਲਾਈਨ 'ਚ ਲੱਗ ਕੇ ਲੈਣੀ ਪੈਂਦੀ ਉੱਥੇ ਬਾਕੀ ਮੁਲਾਜ਼ਮਾਂ ਦੇ ਨਾਲ, ਕੈਸ਼ੀਅਰ ਦੇ ਅੱਗੇ। ਇਹ ਜਥੇਦਾਰ ਉਹਨਾਂ ਦੀ ਐਪਲੀਕੇਸ਼ਨ ਸੀ ਉਹਦੀ ਕਿ ਵੀ ਜਥੇ ਉੱਥੇ ਕੈਸ਼ੀਅਰ ਦੇ ਅੱਗੇ ਲਾਈਨ 'ਚ ਲੱਗ ਕੇ ਸਾਨੂੰ ਤਨਖਾਹ ਲੈਣੀ ਪੈਂਦੀ ਇੱਥੇ, ਸਾਨੂੰ ਤਨਖਾਹ ਨਹੀਂ ਪਹੁੰਚਾਈ ਜਾਂਦੀ। ਯਾਰ ਦਰਸ਼ਨ ਸਿੰਘ ਜੀ ਦਾ ਇਹ ਤੇ ਲੌਜਿਕ ਸੀ। ਤੇ ਹੁਣ ਦੱਸੋ, ਜਥੇਦਾਰ ਹੋਏ ਔਰ ਤੁਹਾਡਾ EMPLOYE ਨਹੀਂ ਹੈਗਾ, ਦੱਸੋ ਉਹ EMPLOYE ਬਣਾਇਆ। ਹੁਣ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈਗਾ ਉਹ ਸ਼੍ਰੋਮਣੀ ਕਮੇਟੀ ਦਾ EMPLOYE, ਠੀਕ ਹੈ, EMPLOYE ਨਹੀਂ ਹੈਗਾ। ਹੁਣ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ, ਸ਼੍ਰੋਮਣੀ ਕਮੇਟੀ ਦੀ ਕੋਈ ਵੀ ਮੀਟਿੰਗ ਜਿਹੜੀ ਹੈ, ਜਿਹੜੀ ਪਿੱਛੇ ਜੇ ਕਈ ਉਹਨਾਂ ਦਾ ਇੱਕ ਰੂਲ ਹੀ ਬਣਾ ਦਿੱਤਾ, ਇੱਕ ਦੋ ਵਾਰੀ ਜਦੋਂ ਉਹਨਾਂ ਦੀ ਮੀਟਿੰਗ ਹੋਈ ਉਹਨਾਂ ਦੇ ਝਗੜੇ ਹੋਏ, ਹੁਣ ਉਹਨਾਂ ਨੇ ਇੱਕ ਰੂਲ ਬਣਾ ਦਿੱਤਾ ਜਦੋਂ ਵੀ ਤੁਹਾਡੀ ਮੀਟਿੰਗ ਹੋਈ DC ਦੀ ਮੌਜੂਦਗੀ 'ਚ ਹੋਏਗੀ। DC ਦੀ ਮੌਜੂਦਗੀ ਜਦ ਤੱਕ ਨਹੀਂ ਹੋਏਗੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਨਹੀਂ ਹੋਏਗੀ ਵੱਡੀ। DC ਤੇ ਇੰਚਾਰਜ ਹੈਗਾ ਉੱਥੇ ਦਾ। ਹਾਂ ਹੁਣ ਦੱਸੋ, DC ਉੱਥੇ ਬੈਠਾ ਆ, ਜੋ ਉਹਦਾ ਫੈਸਲਾ ਆਏਗਾ ਉਹਦੇ ਸਾਹਮਣੇ ਹੋਏਗਾ, ਉਹ ਭਾਵੇਂ ਹਿੰਦੂ ਹੋਏ, ਕੋਈ ਵੀ ਹੋਏ, ਕੋਈ ਵੀ ਹੋਏ। DC ਗਵਰਨਰ ਦੇ ਅੰਡਰ ਹੈ, ਗਵਰਨਰ ਜਿਹੜਾ ਸੈਂਟਰ ਗਵਰਨਮੈਂਟ ਦੇ ਅੰਡਰ ਹੈ। ਉਹ ਮਤਲਬ ਇਨਡਾਇਰੈਕਟਲੀ ਸੀਕੁਐਂਸ ਦੇਖੀ ਅਸੀਂ ਸੀਕੁਐਂਸ ਦੇਖੀ ਹੈ, DC ਗਵਰਨਰ ਟੂ ਸੈਂਟਰ ਗਵਰਨਮੈਂਟ, ਆ ਸੀਕੁਐਂਸ ਬਣੀ ਹੋਈ ਹੈ। ਔਰ ਉਸ ਬੰਦਿਆਂ ਨੂੰ ਅਸੀਂ ਬਣਾਤਾ ਆਪਣਾ ਆਗੂ। ਕਿੱਥੋਂ ਮਤਲਬ ਹੁਣ ਹੋਇਆ ਹੈ ਕਿ ਇਹਨਾਂ ਨੂੰ ਬਣਾ ਦਿੱਤਾ ਆਗੂ, ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਮੈਂ ਐਸਾ ਬਣ ਗਿਆ ਵਾਂ ਕਿ ਆਪ ਤੇ ਬੁੱਝਦਾ ਨਹੀਂ, ਲੋਕਾਂ ਨੂੰ ਮੈਂ ਸਮਝਾ ਰਿਹਾ। ਆਪ ਸਮਝ ਨਹੀਂ ਆਈ, ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਔਰ ਇਹ ਜਿਹੜੇ ਸਾਡੇ ਆਗੂ ਬੈਠੇ ਨੇ, ਭਾਵੇਂ ਕਿਸੇ ਵੀ ਧੜੇ ਦਾ ਲੈ ਲਓ, ਕੁਝ ਵੱਖਰੀ ਸੀ ਗੱਲਾਂ ਕਰ ਚੁੱਕੇ ਹਾਂ। ਹਰ ਇੱਕ ਬੰਦਾ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਉਹ ਗੱਲ ਕਰਕੇ ਬੈਠਾ, ਸਿਧਾਂਤ ਦੀ ਗੱਲ ਕੋਈ ਨਹੀਂ ਕਰਦਾ, ਨਾ ਸਿਧਾਂਤ ਕੋਈ ਸਮਝਾਇਆ ਜਾਂਦਾ। ਹੁਣ ਸਿਧਾਂਤ ਦੇ ਵਿੱਚ ਸਾਨੂੰ ਸਾਰੀ ਚੀਜ਼ ਜਿਹੜੀ ਨਾ ਉਸ ਬੰਦੇ ਨੇ ਉਸ ਸਿਰਫ ਆਪਣੀ ਇੱਕ ਕਮਾਈ ਦੇ ਕਹਿ ਲਓ ਜਾਂ ਇੱਕ ਆਪਣੀ ਇੱਕ ਪੈਸੇ ਇਕੱਠਣ ਦੀ ਜਿਹੜੀ ਸਕੀਮਾਂ ਸੀ, ਉਸ ਸਕੀਮ ਦੇ ਅੰਦਰ ਉਸ ਚੀਜ਼ ਸਿਧਾਂਤ ਨੂੰ ਛੱਡ ਕੇ ਇਸ ਚੀਜ਼ ਨਾਲ ਜੋੜਤਾ ਕਿ ਇੱਥੇ ਆਓ, ਮੱਥਾ ਟੇਕੋ। ਉਹ ਦੇਖੋ ਸਾਡੀ ਗਲਤੀ ਸਾਡੀ ਵੀ ਹੈ ਇਹਦੇ 'ਚ, ਇਹ ਖਾਲੀ ਉਹਨਾਂ ਦੀ ਨਹੀਂ ਹੈਗੀ। ਅਸੀਂ ਪੂਰਾ ਗਿਆਨ ਨਹੀਂ ਲਿਆ, ਅਸੀਂ ਜਿਹੜਾ ਹੈ ਗੁਰੂ ਸਾਹਿਬ ਨੂੰ, ਗੁਰਬਾਣੀ ਨੂੰ, ਸ਼ਬਦ ਨੂੰ ਆਗੂ ਸਮਝਣ ਦੀ ਬਜਾਏ ਅਸੀਂ ਉਹਨਾਂ ਨੂੰ ਸਮਝ ਲਿਆ, ਅਸੀਂ ਉਹਨਾਂ ਤੇ ਡਿਪੈਂਡੈਂਟ ਹੋ ਗਏ। ਜਿਹੜੀ ਗੱਲ ਅਸੀਂ ਸ਼ੁਰੂਆਤ ਤੋਂ ਕੀਤੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਆਪ ਮੁਖਤਿਆਰ ਹੋਣ ਦੀ ਗੱਲ ਕੀਤੀ ਸੀ, ਆਪ ਜਿਹੜਾ ਹੈ ਤੈਨੂੰ ਆਪ ਪੜ੍ਹ, ਆਪ ਗਿਆਨ ਲੈ, ਆਪ ਸਮਝ, ਆਪ ਕਨੈਕਟ ਹੋ, ਤੂੰ ਇਹਨਾਂ ਤੇ ਡਿਪੈਂਡੈਂਟ ਨਾ ਹੋ। ਲੇਕਿਨ ਅਸੀਂ ਇਹਨਾਂ ਤੇ ਡਿਪੈਂਡੈਂਟ ਹੋ ਗਏ, ਫਿਰ ਉਹਦਾ ਤੇ ਫਿਰ ਕੰਮ ਧੰਦਾ, ਭਾਵੇਂ ਕਿਸੇ ਵੀ ਰੂਪ 'ਚ ਹੈਗਾ। ਹੁਣ ਸਿਧਾਂਤ ਨੂੰ ਛੱਡ ਕੇ ਅਸੀਂ ਵੀ ਆਏ ਇੱਥੇ, ਸਾਨੂੰ ਕੀ ਚਾਹੀਦਾ? ਇੱਥੇ ਆਏ ਕਾਰ, ਕੋਠੀ, ਬੰਗਲਾ, ਵੀਜ਼ਾ, ਮੁੰਡੇ, ਸਭ ਕੁਝ ਸਾਨੂੰ ਇਹੀ ਚਾਹੀਦਾ, ਅਸੀਂ ਚਾਹੁੰਦੇ ਆਈ। ਔਰ ਇਹੀ ਮੰਗਣ ਦੇ ਕਾਰਨ ਹੀ ਅਸੀਂ ਕਨਫਿਊਜ਼ ਹੋ ਗਏ ਹਾਂ। ਕਿਉਂ? ਦੇਖੋ ਜਿਹੜਾ ਇੱਥੇ ਆ ਕੇ ਮੰਗਦਾ, ਮੰਨ ਲਓ ਉਹਨੇ ਆ ਕੇ ਮੰਗੀ ਕਾਰ, ਔਰ ਜਾ ਕੇ ਉਹਨੇ ਕਿਹਾ ਵੀ ਮੈਨੂੰ ਤੇ ਜੀ ਫਲਾਣੇ ਡੇਰੇ ਤੋਂ ਮਿਲੀ, ਜਾਂ ਫਲਾਣੇ ਬਾਬਾ ਜੀ ਤੋਂ ਮਿਲੀ, ਜਾਂ ਫਲਾਣੇ ਗੁਰਦੁਆਰੇ ਤੋਂ ਮਿਲੀ, ਜਾਂ ਇੱਥੇ ਮੱਥਾ ਟੇਕਣ ਨਾ ਮਿਲੀ, ਜਾਂ ਫਲਾਣੇ ਪਾਠ ਨਾ ਮਿਲੀ, ਜਾਂ ਕੁਛ ਵੀ ਕਹਿ ਲਓ ਵੀ ਮੈਨੂੰ ਮੈਨੂੰ ਇਸ ਕੰਮ ਦੇ ਨਾਲ ਮੈਨੂੰ ਭਾਵੇਂ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਨਾ ਮਿਲੀ, ਭਾਵੇਂ ਅਖੰਡ ਪਾਠ ਰਖਾਣ ਨਾ ਮਿਲੀ, ਇਹਨੂੰ ਇਹਦੇ ਨਾਲ ਜੋੜ ਦਿੱਤਾ। ਹੁਣ ਜਿਹੜਾ ਬੰਦਾ, ਉਹ ਬੰਦਾ ਦੂਜਾ ਕਹਿੰਦਾ ਕਿ ਯਾਰ ਜਿਹੜਾ ਬੰਦਾ ਨਹੀਂ ਕਰਦਾ ਪਿਆ ਉਹਨੂੰ ਵੀ ਤਾਂ ਮਿਲੀ ਹੈ, ਸ਼ਾਇਦ ਉਸ ਤੋਂ ਜ਼ਿਆਦਾ ਵੱਡੀ ਮਿਲੀ ਹੋਏ। ਤੇਰਾ ਇੱਕ ਮੁੰਡਾ, ਉਹਦੇ ਦੋ ਮੁੰਡੇ ਨੇ, ਤੇਰੇ ਕੋਲ ਮਕਾਨ 100 ਗਜ ਦਾ, ਉਹਦੇ 500 ਗਜ ਦੀ ਕੋਠੀ ਹੈ। ਮਤਲਬ ਕੰਪੈਰੀਜ਼ਨ ਤੇ ਕਰਦਾ ਨਾ, ਹੁਣ ਬੰਦਾ ਆਪ ਵੀ ਕਨਫਿਊਜ਼ ਹੋ ਜਾਂਦਾ, ਯਾਰ ਗੱਲ ਤਾਂ ਠੀਕ ਹੈਗੀ ਹੈ ਬਈ, ਉਹ ਜਾਂਦਾ ਵੀ ਨਹੀਂ, ਮੈਂ ਉਸ ਤੋਂ ਜ਼ਿਆਦਾ ਜਾ ਰਿਹਾ, ਉਹ ਇੱਕ ਪਾਠ ਕਰਦਾ, ਮੈਂ 10 ਪਾਠ ਕਰਦਾ, ਉਹ ਇੱਕ ਅਖੰਡ ਪਾਠ ਕਰਦਾ, ਮੈਂ 50, ਮਤਲਬ ਮੈਂ ਸਭ ਕੁਝ ਉਸ ਤੋਂ ਕਈ ਗੁਣਾ ਜ਼ਿਆਦਾ ਕਰ ਰਿਹਾ। ਉਹ ਗੁਰਦੁਆਰੇ 'ਚ ਹਫ਼ਤੇ 'ਚ ਇੱਕ ਦਿਨ ਵੀ ਜਾਂਦਾ, ਮੈਂ ਰੋਜ਼ ਜਾਂਦਾ। ਉਹ ਇੰਨਾ ਕਰਨ ਦੇ ਬਾਅਦ, ਕਿਉਂਕਿ ਸਾਡਾ ਪੈਰਾਮੀਟਰ ਹੀ ਉਹੀ ਰਹਿ ਗਿਆ ਕਿ ਇੱਥੇ ਆ ਕੇ ਉਹੀ ਕੁਝ ਕਰ, ਸਾਡਾ ਕੰਪੈਰੀਜ਼ਨ ਹੀ ਇਹੀ ਹੁੰਦਾ, ਅਸੀਂ ਦੂਜੇ ਨਾਲ ਕੰਪੈਰੀਜ਼ਨ ਹੀ ਇਹੀ ਕਰਦੇ, ਸਿਧਾਂਤ ਦੀ ਗੱਲ ਹੀ ਨਹੀਂ ਕਰਦੇ ਜੋ ਸਾਨੂੰ ਸਮਝਾਇਆ ਗਿਆ ਆਗੂਆਂ ਨੇ। ਹੁਣ ਇਹਦੇ ਮੁਕਾਬਲੇ ਜੇ ਸਾਡਾ ਸਿਧਾਂਤ ਹੈ ਬਣ ਜਾਏ ਕਿ ਇੱਥੇ ਆ ਕੇ ਅਸੀਂ ਲੈਣਾ ਤੇ ਗੁਣ, ਅਸੀਂ ਲੈਣੀ ਹੈ ਤੇ ਕੁਆਲਿਟੀ, ਇੱਥੋਂ ਸਾਨੂੰ ਮਿਲਣੀ ਹੈ ਕੋਈ ਕੋਠੀ, ਕਾਰ, ਮੁੰਡਾ, ਬੰਗਲਾ, ਵੀਜ਼ਾ, ਕੁਛ ਨਹੀਂ ਮਿਲਣਾ। ਇੱਥੋਂ ਮਿਲਣਗੇ, ਤੁਹਾਨੂੰ ਮਿਲੇਗਾ ਸੰਤੋਖ, ਹਲੀਮੀ, ਕੋਈ ਤੁਹਾਨੂੰ ਖੇੜਾ ਮਿਲੇਗਾ, ਤੁਹਾਨੂੰ ਕੋਈ ਸੱਚ ਮਿਲੇਗਾ, ਕੋਈ ਧਰਮ ਮਿਲੇਗਾ, ਕੋਈ ਸਹਿਜ ਮਿਲੇਗਾ। ਹੁਣ ਕੰਪੈਰੀਜ਼ਨ ਕਰੋ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਵਾਲੀ ਅਵਸਥਾ ਜਿਹੜੀ ਹੈ ਉਹ ਕੋਠੀ ਵਾਲੇ ਦੀ ਬਣਦੀ ਹੈ, ਜਿਹੜੀ ਜਿਹਨੂੰ ਸਹਿਜ ਲੈ ਲਿਆ। ਹੁਣ ਕੰਪੈਰੀਜ਼ਨ ਕਰ, ਹੁਣ ਕਹੇ ਨਾ ਕਿ ਹਾਂ ਵੀ ਮੈਂ ਇੱਥੋਂ ਆ ਸਹਿਜ ਲਿਆ, ਮੈਂ ਇੱਥੇ ਆਉਂਦਾ ਰੋਜ਼, ਮੈਂ ਪੜ੍ਹਨਾ, ਮੈਂ ਗਿਆਨ ਲੈਂਦਾ, ਹੁਣ ਮੇਰੇ ਕੋਲ ਸਹਿਜ ਆਇਆ, ਤੇਰੇ ਕੋਲ ਸਹਿਜ ਨਹੀਂ ਹੈ।
ਇੱਥੇ ਕੰਪੈਰੀਜ਼ਨ ਕਰਦੇ ਨਹੀਂ ਆ ਅਸੀਂ। ਕੰਪੈਰੀਜ਼ਨ ਉਹਦੇ ਚੀਜ਼ ਕਰਦਾ ਜਿਹਦਾ ਇਹਦੇ ਨਾਲ ਰਿਲੇਸ਼ਨ ਹੀ ਨਹੀਂ ਹੈ, ਜਿਹਦਾ ਕੋਈ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਹਦੀ ਸਾਨੂੰ ਕੋਈ ਗੱਲ ਕੋਈ ਦੱਸਦਾ ਹੀ ਨਹੀਂ ਕਿ ਹਾਂ ਵੀ ਇੱਥੇ ਐਕਚੁਅਲ ਕੀ ਹੈਗਾ। ਅਸੀਂ ਤੇ ਸਾਡੀਆਂ ਗਲਤੀਆਂ ਸਾਡੀਆਂ ਵੀ ਹੈ, ਅਸੀਂ ਨਹੀਂ ਉਹ ਕੰਮ ਕਰ ਸਕੇ। ਅਸੀਂ ਤੇ ਕਨਫਿਊਜ਼ਨ 'ਚ ਅਸੀਂ ਪੈ ਗਏ। ਕੋਈ ਦੇਖੋ ਇੱਥੇ ਆਉਂਦੇ ਆ ਨਾ ਅਸੀਂ, ਹੁਣ ਜਿਹੜੇ ਧੜੇ ਬਣੇ ਹੋਏ ਨੇ, ਅੰਨਾ ਆਗੂ ਜੇ ਇੱਥੇ ਵਾਲੀ ਗੱਲ ਹੈ। ਹੁਣ ਇੱਕ ਹੋਰ ਇੱਕ ਨਵਾਂ ਧੜਾ ਪਤਾ ਕੀ ਚੱਲਿਆ ਇੱਥੇ ਆ ਕੇ, ਜਦੋਂ ਮੰਗਣ ਦੀ ਗੱਲ ਕੀਤੀ ਇਹਨੂੰ ਬਣਾ ਦਿੱਤਾ ਇੱਕ ਦੇ ਕਿ ਇਹ ਸਾਡੀ ਇਸ ਤਰ੍ਹਾਂ ਸੁਣੇਗਾ। ਦਰਬਾਰ ਸਾਹਿਬ ਜਾਂਦੇ ਹਾਂ ਅਸੀਂ, ਕਿਸ ਤਰ੍ਹਾਂ ਅਸੀਂ ਸਾਡੀਆਂ ਗਲਤੀਆਂ ਸਾਡੀਆਂ ਕਿੱਥੇ ਹੈਗੀਆਂ। ਦਰਬਾਰ ਸਾਹਿਬ ਜਾਂਦੇ ਹਾਂ ਅਸੀਂ, 1 ਘੰਟਾ 1.5 ਘੰਟਾ ਲਾਈਨ 'ਚ ਲੱਗਦੇ ਹਾਂ, ਠੀਕ ਹੈ। 1 ਘੰਟਾ 1.5 ਘੰਟਾ ਲਾਈਨ ਤੋਂ ਬਾਅਦ ਜਾ ਕੇ 10 ਮਿੰਟ ਅੱਗੇ ਹੱਥ ਜੋੜ ਕੇ ਖੜੇ ਹੁੰਦੇ ਹਾਂ। ਚਲੋ ਜਿੰਨੀ ਦੇਰ ਕੋਈ ਟਾਈਮ ਮਿਲੇ, ਜੇ ਮੌਕਾ ਮਿਲੇ, ਬਸ ਧੱਕਾ ਪੈ ਜਾਏ ਤਾਂ ਗੱਲ ਵੱਖਰੀ ਹੈ। ਜਦੋਂ ਮੌਕਾ ਮਿਲੇ ਉਹਦਾ ਮਨ ਹੁੰਦਾ ਕਿ ਮੈਂ ਆਇਆ 1.5 ਘੰਟਾ ਲਾ ਕੇ ਆਇਆ ਤੇ 5-7 ਮਿੰਟ ਲਾਵਾਂ ਇੱਥੇ। 5-7 ਮਿੰਟ ਲਾਉਣ ਤੋਂ ਬਾਅਦ ਵੱਡਾ ਨੋਟ ਕੱਢ ਕੇ ਅਸੀਂ ਮੱਥਾ ਟੇਕਦੇ ਹਾਂ, ਠੀਕ ਹੈ। ਕਿਉਂਕਿ ਸਾਨੂੰ ਹੁੰਦਾ ਕਿ ਦੇ ਗੁਰੂ ਵੱਲ ਅਸੀਂ ਕਨਸੈਪਟ ਅਸੀਂ ਦਿਮਾਗ 'ਚ ਬਿਠਾਇਆ ਹੋਇਆ। ਅਸੀਂ ਸ਼ਬਦ ਗੁਰੂ ਦਾ ਨਹੀਂ ਲਿਖਦੇ, ਪ੍ਰਗਟ ਗੁਰਾਂ ਕੀ ਦੇ ਵਾਲੀ ਸਾਡੇ। ਹੁਣ ਜੇ ਉੱਥੇ ਅਸੀਂ ਰੱਖਦੇ ਹਾਂ ਵੱਡਾ ਨੋਟ, ਜੇ ਪ੍ਰਗਟ ਗੁਰਾਂ ਕੀ ਦੇ ਹੈ ਉੱਥੇ 10 ਮਿੰਟ ਲਾਏ ਨੇ, ਤੇ ਜੇ ਬਾਹਰ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਸੇਮ ਹੈ ਕਿ ਨਹੀਂ? ਉੱਥੇ ਅਸੀਂ ਟੁੱਟੇ ਪੈਸੇ ਕੱਢਦੇ ਹਾਂ ਜੇਬ 'ਚ ਭਾਨ, ਉਹਦੇ ਰੁਪਈਆ 2 ਰੁਪਏ, ਉੱਥੇ ਅੰਦਰ 100 ਦਾ ਨੋਟ। ਕੀ ਹੈ ਬਈ? ਸਾਡੇ ਮਾਨਸਿਕਤਾ ਸਾਡੀ ਬਣੀ ਹੋਈ ਹੈ ਨਾ। ਇਹ ਸਾਡੀ ਮਾਨਸਿਕਤਾ ਨਾ ਬਣੀ ਹੋਈ ਹੈ ਨਾ, ਸਾਡੀ ਆਪਣੀ ਬਣੀ। ਅਸੀਂ ਕਿਉਂਕਿ ਅਸੀਂ ਨਹੀਂ ਲੈ। ਹੁਣ ਦੇਖੋ ਜਦੋਂ ਅਸੀਂ ਇਸ ਪਾਸੇ ਆਉਂਦੇ ਨਾ, ਸਗੋਂ ਸਾਨੂੰ ਉਹਨਾਂ ਨੇ ਘੁਮਾਇਆ ਅਸੀਂ ਚੱਕਰ ਦੇ ਵਿੱਚ। ਇਹ ਆਗੂਆਂ ਨੇ ਇੱਕ ਗੇਮ ਬਣਾਈ ਹੈ ਸਾਰੀ, ਅਸੀਂ ਗੇਮ 'ਚ ਫਸ ਗਏ। ਅਸੀਂ ਸਾਰੀ ਗੇਮ 'ਚ ਫਸ ਗਏ। ਬੰਗਲਾ ਸਾਹਿਬ ਗੁਰਦੁਆਰੇ ਬਿਊਟੀਫਿਕੇਸ਼ਨ ਦੇ ਨਾਮ ਦੇ ਉੱਤੇ ਦੁਕਾਨ ਨੂੰ ਚਮਕਾਇਆ ਜਾ ਰਿਹਾ ਸੀ, ਠੀਕ ਹੈ। ਉਹ ਦੇਖੋ ਹੁਣ ਜਦੋਂ ਅਸੀਂ ਦੇ ਗੁਰੂ, ਹੁਣ ਦੇਖੋ ਬ੍ਰਾਹਮਣ ਦੀ ਤੇ ਇੱਕ ਆਪਣੀ ਇੱਕ ਟੈਕਨੀਕ ਸੀ। ਉਹਨੇ ਕੀ ਕੀਤਾ ਸੀ? ਉਹਨੇ ਕਿਹਾ ਜੀ ਇਹ ਮੂਰਤੀ ਬਣਾਓ, ਮੂਰਤੀ ਇੱਥੇ ਲਿਆ ਕੇ ਸਥਾਪਨਾ ਕਰੋ। ਹੁਣ ਇੱਕ ਦਿਨ ਆਏਗਾ ਐਸਾ, ਮੈਂ ਕੋਈ ਮੰਤਰ ਜੰਤਰ ਪੜਾਂਗਾ ਤੇ ਕੁਝ ਉਹ ਪੂਰਾ ਕੰਮ ਕਰਦੇ ਸੀ। ਉਸ ਤੋਂ ਬਾਅਦ ਕਹਿੰਦੇ ਸੀ ਇਹਦੇ ਪ੍ਰਾਣ ਫੂਕ ਦਿੱਤੇ ਨੇ। ਹੁਣ ਮੂਰਤੀ ਦੇ ਵਿੱਚ ਪ੍ਰਾਣ ਪ੍ਰਸਥਾਏ ਜੋ ਵੀ ਕਰਦੇ ਨੇ, ਹਾਂ ਉਹ ਪ੍ਰਾਣ ਪ੍ਰਤਿਸ਼ਠਾ, ਮਤਲਬ ਹੁਣ ਇਹ ਮੂਰਤੀ ਦੇ ਵਿੱਚ ਜਾਨ ਪੈ ਗਈ ਹੈ। ਹੁਣ ਇਹ ਮੂਰਤੀ ਖਾਏਗੀ ਵੀ, ਤੁਹਾਡੀ ਗੱਲਾਂ ਵੀ ਸੁਣੇਗੀ, ਹੁਣ ਸਾਡੀ ਗੱਲਾਂ ਸੁਣੇਗੀ, ਸਭ ਕੁਝ ਹੁਣ ਇਹ ਜਾਨ ਪੈ ਗਈ ਹੈ। ਸਭ ਕੁਝ ਹੁਣ ਖਾਣਾ ਉਹਨੇ ਆਪ ਸੀ, ਭੋਗ ਉਹਨੇ ਆਪ ਲਾਣਾ ਸੀ। ਹੁਣ ਉਹਦੇ ਵਿੱਚ ਇਹ ਪੂਰੀ ਗੇਮ ਉਹਨੇ ਚਲਾਈ। ਉਹੀ ਗੇਮ ਸਾਡੇ ਚੱਲੀ ਹੈ। ਉਹੀ ਗੇਮ ਜਿਹੜੀ ਹੈ ਸਾਡੇ 'ਚ ਬਣਾਏਗੀ, ਜਿਹੜੀ ਪ੍ਰਗਟ ਗੁਰਾਂ ਕੀ ਦੇਹ ਵਾਲੀ ਗੱਲ ਕਰ ਦਿੱਤੀ ਕਿ ਦੇਹ ਗੁਰੂ ਹੈ, ਉਹਦੇ ਅੱਗੇ ਜੋਤਾਂ ਵੀ ਜਲਾਣੀਆਂ ਨੇ, ਫਿਰ ਉਹ ਭੋਗ ਵੀ ਲਵਾਉਣਾ, ਫਿਰ ਉਹ ਅੱਗੇ ਇਹ ਵੀ ਲੈ ਕੇ ਆਉਣਾ, ਫਿਰ ਰੁਮਾਲ, ਸਭ ਕੁਝ ਚੀਜ਼ਾਂ ਅਸੀਂ ਦੇਹ ਦੇ ਨਾਲ ਉਹ ਰਿਲੇਟ ਕਰਕੇ ਸ਼ੁਰੂ ਕਰ ਦਿੱਤੀਆਂ। ਪਰ ਅਸੀਂ ਉਸ ਤੋਂ ਵੀ ਥੱਲੇ, ਮੈਨੂੰ ਲੱਗਦਾ ਹੈ ਇੱਕ ਤਾਂ ਉੱਪਰ ਜਿਹੜਾ ਬ੍ਰਾਹਮਣ ਦਾ, ਤੇ ਚਲੋ ਉਹਨੇ ਇੱਕ ਟੈਕਨੀਕ ਬਣਾਈ ਕਿ ਬਈ ਫਲਾਣਾ ਦਿਨ ਹੋਏਗਾ, ਦੇ ਜਿਹੜਾ ਤੁਸੀਂ ਕਹਿ ਰਹੇ ਹੋ ਪ੍ਰਤਿਸ਼ਠਾ, ਜਿਹੜੀ ਉਹ ਕੀ ਕਹਿੰਦੇ ਨੇ ਪ੍ਰਾਣ ਪ੍ਰਤਿਸ਼ਠਾ ਜਿਹੜੀ ਕੀਤੀ, ਉਹਨੇ ਪ੍ਰਾਣ ਫੂਕ ਦਿੱਤੇ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹੁੰਦੇ ਸੀ, ਜਿਹੜੇ ਸਾਡੇ ਕਹਿੰਦੇ ਨੇ ਇਹ ਦੇ, ਇਹਦੇ ਵਿੱਚ ਕਦੋਂ ਪ੍ਰਾਣ ਫੂਕਦੇ ਹੋ ਤੁਸੀਂ? ਕਦੋਂ ਕਿਹੜਾ ਦਿਨ ਹੁੰਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਹੁਣ ਇਹ ਜਿਹੜੀ ਇਹ ਪਹਿਲੇ ਪੇਪਰ ਸੀ, ਫਿਰ ਇਹ ਪ੍ਰਿੰਟਿੰਗ ਹੋਈ, ਫਿਰ ਇਹਦੇ ਤੇ ਜਿਲਦ ਚੜੀ, ਤੇ ਹੁਣ ਇਹ ਦਿਨ ਆਇਆ ਕਿ ਇਹਦੇ ਵਿੱਚ ਹੁਣ ਇਹਦੇ ਪ੍ਰਾਣ ਆ ਗਏ। ਕੋਈ ਹੈ ਐਸਾ ਕੋਈ ਦਿਨ ਮਿੱਥਦੇ ਹਾਂ ਅਸੀਂ? ਕੋਈ ਦਿਨ ਨਹੀਂ ਹੈਗਾ ਸਾਡੇ 'ਚ। ਅਸੀਂ ਉਸ ਤੋਂ ਵੀ ਮਤਲਬ ਕਿਸ ਲੈਵਲ ਤੱਕ ਪਹੁੰਚ ਗਏ, ਕੋਈ ਦਿਨ ਨਹੀਂ। ਹੁਣ ਦੇਖੋ, ਜੇਕਰ ਉੱਥੇ ਮੱਥਾ ਟੇਕਦੇ ਆ ਔਰ ਇਹ ਦੇਹ ਹੈ, ਔਰ ਉਸ ਇੱਕ ਦੇਹ ਨੂੰ ਉਹ ਬੜੇ ਸਾਰੇ ਉਹ ਵੀ ਚੜਾਉਂਦੇ ਨੇ, ਪਤਾ ਨਹੀਂ ਕੀ ਹੈ ਕਰ ਹੈ 1,65,000 ਰੁਮਾਲਾ ਹੋ ਗਿਆ। ਤੇ ਜੇ ਉੱਥੇ ਉਹ ਦੇਹ ਨੂੰ ਸਭ ਕੁਝ ਖਵਾਉਂਦੇ ਪਿਆਉਂਦੇ ਹੋ, ਤੇ ਜਿਹੜੇ ਬਾਹਰ ਬੈਠੇ ਨੇ 10 ਰੁਮਾਲੇ ਉਹ ਦੇਹ ਨਹੀਂ ਹੈ। ਕਿੰਨੇ ਰੁਮਾਲੇ ਚੜਾਉਂਦੇ ਨੇ ਉੱਥੇ, ਇੱਕ ਤੋਂ ਬਾਅਦ ਕਿੰਨੇ 8-10 ਫੋਲਡ ਹੁੰਦੇ ਨੇ ਉਹ। 13 ਰੁਮਾਲੇ ਟੋਟਲ। ਚਲੋ 13, ਚਲੋ ਕੋਈ ਗੱਲ ਅਸੀਂ ਉਧਰ ਨਾ ਜਾਈਏ। ਅਸੀਂ ਉਸ ਮਤਲਬ ਬਾਕੀਆਂ ਦੇ
ਜਿਹੜੀ ਉਹ ਜਿਹੜੀ ਦੇਹ ਵਾਲੀ ਗੱਲ ਹੈ ਨਾ, ਮੈਂ ਸਿਰਫ ਅਸੀਂ ਕਰ ਰਹੇ ਹਾਂ ਸਿਧਾਂਤ ਦੀ ਗੱਲ। ਮੈਂ ਸਿਰਫ ਮੇਰਾ ਜਿਹੜਾ ਅੱਜ ਦਾ ਅਸੀਂ ਫੋਕਸ ਹੈ ਨਾ, ਅਸੀਂ ਉਹਨਾਂ ਪਖੰਡਾਂ ਵਿੱਚ, ਅਸੀਂ ਉਹਨਾਂ ਗਹਿਰਾਈਆਂ 'ਚ ਨਹੀਂ ਜਾ ਰਹੇ। ਸਾਡਾ ਫੋਕਸ ਹੈਗਾ ਕਿ ਕਿਸ ਤਰ੍ਹਾਂ ਸਾਨੂੰ ਇੱਕ ਧੜੇ ਦੇ ਨਾਲ ਇੱਕ ਮਤਲਬ ਕਿਸ ਤਰ੍ਹਾਂ ਅਸੀਂ ਅਲੱਗ-ਅਲੱਗ ਇੱਕ ਉਹਦੇ 'ਚ ਕਮਿਊਨਿਟੀ 'ਚ ਹੁੰਦੇ ਹੋਏ ਵੀ ਅਸੀਂ ਆਪਣੇ ਆਪ ਨੂੰ ਪਿਓਰ ਫਾਰਮ ਦੇ ਵਿੱਚ ਹੁੰਦੇ ਹੋਏ ਵੀ ਆਖਿਰਕਾਰ ਅਸੀਂ ਕਿਸੇ ਨਾ ਕਿਸੇ ਆਗੂ ਦੇ ਪਿੱਛੇ ਲੱਗੇ ਹੋਏ, ਕਿਸੇ ਨਾ ਕਿਸੇ ਤਰੀਕੇ ਉਸ ਚੀਜ਼ ਦੇ ਨਾਲ ਜੁੜੇ ਹੋਏ ਹਾਂ। ਭਾਵੇਂ ਅਸੀਂ ਆਪਣੇ ਆਪ ਨੂੰ ਬੜੀ ਪਿਓਰੈਸਟ ਫਾਰਮ ਦੇ ਵਿੱਚ ਕਰਨੇ ਕਿ ਨਹੀਂ ਜੀ ਅਸੀਂ ਬ੍ਰਾਹਮਣ ਵੀ ਨਹੀਂ ਜਾਂਦੇ, ਨਹੀਂ ਜੀ ਅਸੀਂ ਪੰਡਤਾਂ ਕੋਲ ਨਹੀਂ ਜਾਂਦੇ, ਨਹੀਂ ਜੀ ਅਸੀਂ ਕਿਸੇ ਬ੍ਰਹਮ ਗਿਆਨੀ ਕੋਲ ਨਹੀਂ ਜਾਂਦੇ, ਨਹੀਂ ਜੀ ਅਸੀਂ ਸੰਤਾਂ ਦੇ ਵੀ ਡੇਰੇ ਨਹੀਂ ਜਾਂਦੇ, ਨਹੀਂ ਜੀ ਅਸੀਂ ਕਿਸੇ ਕਥਾ ਦਾ ਕਰਦੇ, ਮਤਲਬ ਕਿਸੇ ਨਾ ਕਿਸੇ ਤਰੀਕੇ ਅਸੀਂ ਵੀ ਲੱਗੇ ਹੋਏ ਹਾਂ। ਇਹ ਮੇਰਾ ਸਾਡਾ ਅੱਜ ਦੀ ਜਿਹੜੀ ਗੱਲ ਕਰਨ ਦਾ ਜਿਹੜਾ ਫੋਕਸ ਪੁਆਇੰਟ ਹੈਗਾ, ਨਾ ਕਿ ਅਸੀਂ ਉਹ ਉਧੇੜਨਾ ਕਿ ਬਈ ਕੌਣ ਕਿੰਨਾ ਕੀ ਕਰ ਰਿਹਾ। ਹੁਣ ਉੱਥੇ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਬਈ ਉਹ ਹੁਣ ਜਿਹੜਾ ਸ਼ਬਦ ਕਹਿ ਰਹੇ ਸੀ, ਪਾਖਣ ਗੱਡ ਕੇ ਮੂਰਤ ਕੀ ਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਾ ਨਾ ਰਖਾਓ। ਤੇ ਉਸ ਮੂਰਤੀ ਨੂੰ ਅਸੀਂ ਕਹਿੰਦੇ ਹਾਂ ਕਿ ਬਈ ਉਸਦੇ ਉੱਤੇ ਪੈਰ ਰੱਖ ਕੇ ਤੇ ਜੇ ਅੱਜ ਮੈਨੂੰ ਨਹੀਂ ਪਤਾ ਹੁਣ ਅੱਜ ਕਿਸ ਤਰ੍ਹਾਂ ਕਰਦੇ ਨੇ, ਉਹਦੀ ਬਾਈਂਡਿੰਗ ਕਿਸ ਤਰ੍ਹਾਂ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਜਿਲਦ ਅਸੀਂ, ਲੇਕਿਨ ਅਸੀਂ ਆਮ ਤੌਰ ਤੇ ਪਿਛਲੇ ਅਸੀਂ ਪੁਰਾਣੇ ਅਸੀਂ ਦੇਖੀਏ ਕਿ ਬਈ ਇੱਕ ਮਿੰਟ ਤੇ ਪੁਰਾਣਾ ਅਸੀਂ ਦੇਖਦੇ ਹਾਂ ਜਦੋਂ ਆਮ ਕਿਤਾਬਾਂ ਦੀ ਜਿਲਦਾਂ ਚੜਾਉਂਦੇ ਸੀ ਨਾ, ਤੇ ਉਹਨੂੰ ਪੈਰ ਗੋਡੇ ਨਾਲ ਦਬਾਉਂਦੇ ਸੀ, ਸੂਆ ਵੀ ਖੋਬਦੇ ਸੀ, ਤੇ ਕਰਦੇ ਹੋਣਗੇ ਨਾ ਵੀ। ਤੇ ਉਹ ਸਾਨੂੰ ਤੇ ਸਾਡੇ ਤੇ ਲਾਗੂ ਨਹੀਂ ਹੁੰਦਾ ਕਿ ਜੇ ਮੂਰਤ ਸਾਚੀ ਹੈ ਤਾਂ ਗੜੇ ਨਾ ਖਾਓ ਯਾਰ। ਕੈਲੰਡਰ ਦੇ ਪੱਤੀ ਜਿਹੜੀ ਲਗਾਉਂਦੇ ਨੇ ਉਹਦੇ ਪੈਰ ਥੱਲੇ ਰੱਖ ਲੈਂਦੇ, ਤੇ ਫਿਰ ਨੇ। ਤੇ ਫਿਰ ਇਹ ਸਾਰੀਆਂ ਚੀਜ਼ਾਂ ਹੈ ਨਾ, ਫਿਰ ਸਾਡੇ ਵਿੱਚ ਇਹ ਕੁਐਸਚਨ ਨਹੀਂ ਆਏਗਾ। ਲੇਕਿਨ ਸਾਨੂੰ ਉਹ ਜਿਹੜਾ ਦੇ ਗੁਰੂ ਦਾ ਜਿਹੜਾ ਕਨਸੈਪਟ ਸਾਡੇ 'ਚ ਪਾ ਦਿੱਤਾ ਨਾ, ਉਹ ਅਸੀਂ ਸਾਨੂੰ ਸਿਧਾਂਤ ਉਹ ਸ਼ਬਦ ਗੁਰੂ ਵਾਲੀ ਗੱਲ ਤੋਂ ਹਟਾ ਦਿੱਤਾ ਗਿਆ। ਉਹ ਸ਼ਬਦ ਗੁਰੂ ਦਾ ਜਿਹੜਾ ਸਿਧਾਂਤ ਹੈ ਉਹ ਉਸ ਤੋਂ ਅਸੀਂ ਟੁੱਟ ਗਏ ਕਿ ਗਿਆਨ ਜਿਹੜਾ ਹੈ ਨਾ ਅੰਦਰ ਦਾ ਜਿਹੜਾ ਅੰਦਰ ਜਿਹੜਾ ਨੌਲੇਜ ਹੈ, ਗਿਆਨ ਹੈ, ਜਿਹੜਾ ਸਹਿਜ ਆ ਰਿਹਾ, ਜਿਹੜੇ ਗੁਣ ਕੁਆਲਿਟੀ ਆ ਰਹੀ ਹੈ ਨਾ, ਇਹ ਮੇਰਾ ਨਾਨਕ ਅੰਧਾ ਹੋਏ ਕੇ ਦੱਸੇ ਰਾਹੇ ਸਰਬ ਮੁਹਾਏ ਸਾਥੇ। ਆਪ ਅੰਧਾ, ਆਪ ਨਹੀਂ ਪਤਾ ਉਹਨੂੰ, ਆਪ ਅੰਧਾ ਹੋ ਕੇ ਸਿਰਫ ਦੂਜਿਆਂ ਨੂੰ ਬੈਠ ਕੇ ਉਹ ਗਿਆਨ ਵੰਡਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਨਹੀਂ ਪਤਾ ਕਿ ਵੀ ਕੀ ਸਿਧਾਂਤ ਕੀ ਹੈ। ਸ਼ਬਦ ਗੁਰੂ ਕਿਹਨੂੰ ਕਹਿੰਦੇ ਨੇ, ਸ਼ਬਦ ਗੁਰੂ ਦਾ ਕੀ ਕਨਸੈਪਟ ਹੈ, ਗੁਰੂ ਸਾਹਿਬ ਦੀ ਇੰਨੀ ਮਿਹਨਤ ਦੀ ਘਾਲਣਾ ਦੀ ਪਿੱਛੇ ਕੀ ਲੌਜਿਕ ਸੀ, ਕੀ ਉਹਨਾਂ ਦੀ ਮਿਹਨਤ ਦਾ ਉਹਦਾ ਨਤੀਜਾ ਕੀ ਸੀ, ਉਹ ਕਿਹੜੀ ਡਾਇਰੈਕਸ਼ਨ ਵੱਲ ਜਾ ਰਹੀ ਸੀ, ਉਸ ਡਾਇਰੈਕਸ਼ਨ ਦਾ ਨਹੀਂ ਪਤਾ। ਅੱਗੇ ਗਿਆ ਮੂੰਹੇ ਮੂੰਹ ਪਾਏ ਸੋ ਐਸਾ ਆਗੂ ਜਾਪੇ। ਐਸੇ ਆਗੂ ਨੂੰ ਜਿੱਥੇ ਵੀ ਜਾਏਗਾ ਨਾ, ਮਤਲਬ ਭਾਵੇਂ ਉਹ ਜਿੰਨੀ ਮਰਜ਼ੀ ਦੁਨੀਆ ਦੇ ਵਿੱਚ ਉਹ ਆਪਣੀ ਉਹ ਵਡਿਆਈ ਕਰਾ ਲੇ, ਲੇਕਿਨ ਅੱਗੇ ਗਿਆ ਮਤਲਬ ਭਾਵ ਅੰਦਰੋਂ ਜਿਹੜਾ ਨਾ ਅੰਦਰੋਂ ਉਹਨੂੰ ਜ਼ਰੂਰ ਇਹ ਗੱਲ ਟੁੰਬਦੀ ਹੈ, ਕਿਉਂਕਿ ਅੰਦਰ ਦਾ ਜਿਹੜਾ ਗਿਆਨ ਹੈ ਨਾ, ਜਿਹੜਾ ਸੱਚ ਦੇ ਅੰਦਰ ਪਈ ਹੋਈ ਨਾ ਜਿਹੜੀ ਚੀਜ਼, ਉਹ ਪਰਮਾਤਮਾ ਦੀ ਜਿਹੜੀ ਅੰਸ਼ ਹੈ, ਉਹਨੂੰ ਜ਼ਰੂਰ ਉਸ ਗੱਲ ਤੋਂ ਟੁੰਬਦੀ ਹੈ ਕਿ ਤੂੰ ਜਿਹੜਾ ਗਲਤ ਲੋਕਾਂ ਨੂੰ ਗਿਆਨ ਵੰਡ ਰਿਹਾ ਨਾ, ਗਲਤ ਪਾਸੇ ਲੈ ਜਾ ਰਿਹਾ। ਕੇਵਲ ਤੇ ਕੇਵਲ ਕਹਾਣੀਆਂ, ਤੁਸੀਂ ਮੈਨੂੰ ਨਹੀਂ ਸਮਝ ਆਉਂਦੀ ਕਿ ਇੱਕ ਵਾਰੀ ਸਾਨੂੰ ਇਹ ਗੱਲ ਮਨਾ ਕਰ ਦਿੱਤੀ ਕਿ ਬਈ ਸਾਨੂੰ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ, ਜੋ ਧਰਮ ਦੀ ਪਰਿਭਾਸ਼ਾ ਦਿੱਤੀ ਹੈ ਸਾਨੂੰ, ਇੱਕ ਮਤਲਬ ਸਿੰਪਲ ਜੀ ਗੱਲ ਹੈ ਕਿ ਜਿਹੜੀ ਜੇ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਬਈ ਇੱਕ ਪਰਮਾਤਮਾ ਨੂੰ, ਇੱਕ ਜੋਤ ਨੂੰ, ਇੱਕ ਓਂਕਾਰ ਦਾ ਕਨਸੈਪਟ ਹੈਗਾ। ਹੁਣ ਇੱਕ ਓਂਕਾਰ ਦੇ ਕਨਸੈਪਟ ਤੋਂ ਹਟ ਕੇ ਭਾਵੇਂ ਉਹ ਸ਼ੰਕਰ ਹੈ, ਪਾਰਵਤੀ ਹੈ, ਬ੍ਰਹਮਾ ਹੈ, ਵਿਸ਼ਨੂੰ, ਮਹੇਸ਼, ਜਿੰਨੇ ਵੀ ਚੀਜ਼ਾਂ, ਜੋ ਵੀ ਦੁਨੀਆ ਭਰ ਦੀਆਂ ਚੀਜ਼ਾਂ ਹੈਗੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦਾ ਨਾਮ ਇੱਕ ਲੈ ਲਓ ਜਾਂ ਅਲੱਗ-ਅਲੱਗ ਕਰਕੇ ਦੱਸਿਆ ਗਿਆ ਕਿ ਇਹ ਕਿਸੇ ਨੂੰ ਨਹੀਂ ਮੰਨਣਾ, ਉਹਦੀ ਗੱਲ ਥੋੜੀ ਬਹੁਤ ਕਰ ਦਿੱਤੀ ਹੈ। ਲੇਕਿਨ ਸਾਡੇ 'ਚ ਕੀ ਹੈ, ਅਸੀਂ ਉਹਦੇ ਮਗਰ ਹੀ ਪੈ ਜਾਂਦੇ ਹਾਂ। ਜੇ ਕਿਸੇ ਗਣੇਸ਼ ਦੀ ਗੱਲ ਆਈ ਹੈ, ਉਹ ਗਣੇਸ਼ ਦੀ ਪੂਰੀ ਖੋਜ ਖਬਰ ਅਸੀਂ ਸਾਨੂੰ ਚਾਹੀਦੀ ਹੈ ਪੂਰੀ, ਵੀ ਕਿੱਥੋਂ ਜੰਮਿਆ ਸੀ, ਕਿੱਥੋਂ ਪੈਦਾ ਹੋਇਆ ਸੀ, ਕੌਣ ਆਇਆ ਸੀ, ਮਾਂ ਪਿਓ ਸੀ, ਕਿਸ ਤਰ੍ਹਾਂ ਬਣਿਆ ਸੀ, ਕੀ ਉਹ ਪੂਰੀ ਕਹਾਣੀ ਸਾਨੂੰ ਅੱਧਾ ਪੌਣਾ ਘੰਟਾ ਲਾ ਕੇ ਸੁਣਾਉਂਦੇ। ਸ਼ਬਦ ਦੀ ਗੱਲ 2 ਮਿੰਟ 'ਚ ਮੁਕਾ ਦਿੰਦੇ ਨੇ। ਹੁਣ ਆਮ ਅਸੀਂ ਸਾਡੀ ਵੀ ਬੜੀ ਜਿਗਿਆਸਾ ਹੁੰਦੀ ਹੈ ਨਾ ਕਰਨ ਪੁੱਛਣ ਵੀ ਹਾਂ ਵੀ ਇਹ ਕਿੱਥੋਂ ਹੋਇਆ, ਕੀ ਹੋਇਆ। ਸਾਨੂੰ ਇਹ ਕਨਸੈਪਟ ਸਮਝ ਹੀ ਨਹੀਂ ਆਉਂਦੀ ਕਿ ਬਈ ਅਸੀਂ ਇੱਕ ਓਂਕਾਰ ਦੀ ਗੱਲ ਕੀਤੀ ਸੀ, ਉਹਨੂੰ ਉਹਦੇ ਤੇ ਫੋਕਸ ਕਰੀਏ ਨਾ। ਇਹ ਗੱਲ ਕਰਦੇ ਸੀ ਕਿ ਇਹ ਜਿਹੜੀ ਚੀਜ਼ਾਂ ਹੈਗੀਆਂ, ਜਿੰਨੀਆਂ ਵੀ ਨਾਮ ਹੈਗੇ ਨੇ, ਜੋ ਵੀ ਹੈਗਾ, ਇਹ ਸਭ ਮੈਨੂੰ ਕਲਪਤ ਹੈਗੇ ਨੇ, ਇਹ ਮਿਥਿਆਸ ਹੈ, ਇਹਦੇ ਵੱਲ ਤੂੰ ਜ਼ਿਆਦਾ ਨਹੀਂ ਜਾਣਾ। ਜਿਸ ਤਰ੍ਹਾਂ ਉਹ ਹੁਣ ਕੀ ਕਹੀਏ, ਜਿਸ ਤਰ੍ਹਾਂ ਘਰ ਦੀ ਕੋਈ ਨੂੰਹ ਹੈ ਨਾ, ਕੋਈ ਨਵਾਂ ਵਿਆਹ ਹੋਇਆ ਹੈ, ਹੁਣ ਮੰਨ ਲਓ ਉਹ ਘਰ ਦੇ ਉਹਦੇ ਵੱਡੇ ਜਿਹੜੇ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੀ ਕੋਈ ਨਾਮ ਲੈ ਲਓ,
ਮੰਨ ਲਓ ਕੋਈ ਨਾਮ ਲੈ ਲਓ, ਬਲਰਾਜ ਕਹਿ ਲਓ, ਬਈ ਇਹ ਯਾਰ ਇਹ ਜਿਹੜਾ ਇੱਕ ਬਲਰਾਜ ਆਂਦਾ ਸਾਡੇ ਘਰ, ਇਹਨੂੰ ਜ਼ਿਆਦਾ ਉਹਦੇ ਨਾਲ ਰੱਖਣ ਦੀ ਲੋੜ ਨਹੀਂ, ਇਹ ਬੰਦਾ ਠੀਕ ਨਹੀਂ ਹੈਗਾ। ਮੰਨ ਲਓ ਉਹਨੂੰ ਕਹਿ ਦਿੰਦੇ ਇਹ ਬੰਦਾ ਠੀਕ ਨਹੀਂ ਹੈਗਾ ਸਾਡੇ, ਤੂੰ ਆਏ ਤੇ ਇਹਦੇ ਨਾਲ ਜ਼ਿਆਦਾ ਤੂੰ ਜ਼ਿਆਦਾ ਨਾ ਰੱਖੀ। ਬਸ ਇੰਨੀ ਗੱਲ ਉਹਨੂੰ ਸਮਝ ਆ ਜਾਣੀ ਚਾਹੀਦੀ ਕਿ ਹਾਂ ਵੀ ਇਹ ਮੈਨੂੰ ਇਹ ਕਿਹਾ ਗਿਆ ਕਿ ਫਲਾਣੇ ਬੰਦੇ ਦੇ ਨਾਲ ਨਾਮ ਇਹਨਾਂ ਨੇ ਲੈ ਦਿੱਤਾ ਤੇ ਇਸ ਬੰਦੇ ਨਾਲ ਜ਼ਿਆਦਾ ਨਹੀਂ ਰਗੜਾ। ਹੁਣ ਉਹ ਜਿੰਨੇ ਡੂ ਪੁੱਛਣਾ ਸ਼ੁਰੂ ਕਰ ਦੇ, ਅੱਛਾ ਬਲਰਾਜ ਹੈ, ਕੀ ਕਰਦਾ ਕੀ ਹੈ? ਉਹ ਕਹਿਣਗੇ ਉਹ ਫਲਾਣਾ ਉਹ ਹੈ ਨਾ, ਕੰਮ ਕਰਦਾ, ਦੁਕਾਨ ਹੈ। ਅੱਛਾ ਦੁਕਾਨ, ਕਿੰਨੀ ਕਮਾਈ ਹੈ ਇਹਦੀ? ਉਹ ਕਹਿੰਦੇ ਕਮਾਈ ਤੇ ਚਲੋ ਜਿੰਨੀ ਵੀ ਹੈਗੀ ਹੈ, ਚਲ ਕਮਾ ਲੈਂਦਾ ਲੱਖ ਫਿਰ। ਅੱਛਾ ਨਹੀਂ ਹਾਈਟ ਕਿੰਨੀ ਹੈ ਇਹਦੀ, ਰੰਗ ਕਿਹੋ ਜਿਹਾ ਹੈਗਾ? ਅੱਛਾ ਬੱਚੇ ਵਿਆਹ ਹੋ ਗਿਆ ਕਿ ਨਹੀਂ ਹੋ ਗਿਆ? ਹੁਣ ਕੀ ਕਵਾਂਗੇ ਫਿਰ ਉਹਨੂੰ ਅਸੀਂ? ਤੂੰ ਕੀ ਲੈਣਾ ਵਿੱਚੋਂ? ਜਦ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਹਾਂ ਵੀ ਉਹਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ, ਤੂੰ ਸਾਰੀਆਂ ਖਬਰਾਂ ਕਿਉਂ ਚਾਹੀਦੀਆਂ ਤੈਨੂੰ ਸਾਰੀਆਂ ਚੀਜ਼ਾਂ? ਇਹ ਹਾਲ ਸਾਡਾ। ਸਾਨੂੰ ਇੱਕ ਵਾਰੀ ਕਹਿ ਦਿੱਤਾ ਕਿ ਵੀ ਇੱਕ ਓਂਕਾਰ ਨਾਲ ਤੁਸੀਂ ਰੱਖਣਾ, ਤੂੰ ਆਪਣੇ ਪਤੀ ਦੇ ਨਾਲ, ਆਪਣੀ ਪਰਮੇਸ਼ਰ ਦੇ ਨਾਲ ਉਹਨੇ ਗੱਲਬਾਤ ਰੱਖਣੀ ਹੈ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨੂੰ ਤਾਂ ਸਾਈਡ ਰੱਖਣਾ, ਇਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੈਗਾ। ਲੇਕਿਨ ਸਾਡੀ ਜਿਗਿਆਸਾ ਹੋ ਜਾਂਦੀ, ਹਾਂ ਇਹ ਕੀ ਹੋਇਆ ਸੀ? ਉਹ ਨਹਾ ਕੇ ਆਇਆ ਸੀ, ਫਿਰ ਉਹਦੀ ਪਾਰਵਤੀ ਨਾਲ ਕੀ ਹੋਇਆ ਸੀ? ਅੱਛਾ ਫਿਰ ਉਹ ਮੂਰਤੀ ਬਣਾ ਦਿੱਤੀ ਸੀ, ਫਿਰ ਉਹਨੇ ਸਿਰ ਉਹਦਾ ਲਗਾਤਾ ਸੀ, ਫਿਰ ਕੀ ਹੋਇਆ ਸੀ? ਅੱਛਾ ਫਿਰ ਸਾਨੂੰ ਉਹ ਕਹਾਣੀਆਂ ਸੁਣਾਈਆਂ, ਉਹ ਸਾਨੂੰ ਕੀ ਕਹੇਗਾ? ਕੋਈ ਲੋੜ ਹੀ ਨਹੀਂ ਹੈਗੀ ਸਾਨੂੰ। ਬਸ ਇੱਕ ਗੱਲ ਹੋ ਗਈ, ਖਤਮ ਹੋ ਗਈ, ਅਨੇਕ ਓਂਕਾਰ ਦਾ ਕਨਸੈਪਟ ਦਿੱਤਾ। ਸੋ ਇਹ ਸਾਰੀਆਂ ਗੱਲਾਂ ਕਹਿੰਦੇ ਜਿਹੜਾ ਆਗੂ ਹੈ ਨਾ, ਸਾਨੂੰ ਆਗੂ ਨੂੰ ਛੱਡ ਕੇ ਕੇਵਲ ਤੇ ਕੇਵਲ ਗੁਰਮਤਿ ਦੇ ਸਿਧਾਂਤ ਜਿਹੜਾ ਨਾ, ਗੁਰਬਾਣੀ ਸ਼ਬਦ ਗੁਰੂ ਨੂੰ ਹੀ ਆਗੂ ਬਣਾਉਣਾ, ਔਰ ਆਪ ਇਸ ਕਾਬਲ ਹੋ ਜਾਈਏ ਕਿ ਅਸੀਂ ਆਪ ਉਸ ਜਿਹਨੇ ਸਾਨੂੰ ਦਬਾਇਆ ਗਿਆ ਨਾ, ਸਾਨੂੰ ਵੀ ਕਿ ਤੁਸੀਂ ਕੁਝ ਨਹੀਂ ਹੋ, ਤੁਸੀਂ ਨਰਕਾਂ ਨੂੰ ਜਾਓਗੇ, ਤੁਸੀਂ ਪਾਠ ਨਹੀਂ ਕਰਦੇ ਹੋ, ਤੁਸੀਂ ਨਿਤ ਨਹੀਂ। ਐਸੀ ਕੋਈ ਗੱਲ ਨਹੀਂ। ਹਰ ਇੱਕ ਬੰਦੇ ਦੀ ਉਹ ਕਾਬਲੀਅਤ ਹੈਗੀ ਹੈ ਕਿ ਉਹ ਪਰਮਾਤਮਾ ਦੀ ਅੰਸ਼ ਉੱਥੇ ਤੱਕ ਪਹੁੰਚ ਸਕਦਾ। ਇਤਿਹਾਸ ਦੇ ਸਾਨੂੰ ਜ਼ਿਕਰ ਮਿਲਦਾ ਹੈ, ਭਾਵੇਂ ਉਹ ਕਹਾਣੀਆਂ ਨੇ ਤੇ ਭਾਵੇਂ ਉਹ ਵੈਸੇ ਵੀ ਹੈ। ਕਿਸੇ ਪਾਪੀ ਨੂੰ, ਕਿਸੇ ਡਾਕੂ ਨੂੰ, ਕਿਸੇ ਠੱਗ ਨੂੰ, ਕਿਸੇ ਚੋਰ ਨੂੰ, ਕਿਸੇ ਵੇਸ਼ਿਆ ਨੂੰ, ਕਿਸੇ ਹੋਰ ਵੀ ਐਸੇ ਗਲਤ ਕੰਮ ਕਰਨ ਵਾਲੇ ਨੂੰ ਰੱਬ ਪ੍ਰਾਪਤੀ ਹੋਈ ਹੈ। ਪਰ ਇੱਕ ਇਤਿਹਾਸ ਵਿੱਚ ਮੈਨੂੰ ਕੋਈ ਉਦਾਹਰਣ ਨਹੀਂ ਮਿਲਦਾ ਕਿਸੇ ਜਥੇਦਾਰ ਨੂੰ ਪਰਮਾਤਮਾ ਮਿਲਿਆ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਆਗੂ ਖਵਾਉਂਦਾ ਹੋਵੇ। ਐਸਾ ਕੋਈ ਐਗਜ਼ਾਮਪਲ ਨਹੀਂ ਮਿਲਦਾ। ਸੋ ਸਾਨੂੰ ਇਹ ਗੱਲ ਸਮਝਣੀ ਹੈ ਕਿ ਕੇਵਲ ਤੇ ਕੇਵਲ ਸ਼ਬਦ ਗੁਰੂ ਔਰ ਕੇਵਲ ਤੇ ਕੇਵਲ ਗੁਰਮਤਿ ਦਾ ਸਿਧਾਂਤ, ਇਹਨੂੰ ਸਾਡਾ ਆਗੂ ਹੈ। ਔਰ ਅਸੀਂ ਪ੍ਰੇਰਣਾ ਲੈ ਕੇ ਇਹਦੇ ਪਿੱਛੇ ਹੀ ਚੱਲ ਕੇ ਅਸੀਂ ਜੋ ਗੱਲ ਕਰਨੀ ਹੈ, ਔਰ ਆਪ ਅਸੀਂ ਇਸ ਕਾਬਲ ਹੋਈਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਅਸੀਂ ਆਪ ਉਹਦੇ ਵਿੱਚੋਂ ਗਿਆਨ ਦੀ ਖੋਜ ਕਰੀਏ। ਕਿਸੇ ਤੇ ਵੀ ਡਿਪੈਂਡੈਂਟ ਹੋਣ ਦੀ ਲੋੜ ਨਹੀਂ, ਕਿਸੇ ਤੇ ਵੀ, ਮੇਰੇ ਤੇ ਵੀ ਨਹੀਂ ਕਿ ਮਹਿੰਦਰ ਸਿੰਘ ਜੀ ਆਣਗੇ ਤੇ ਕਲਾਸ ਹੋਏਗੀ। ਕੋਈ ਵੀ ਲੈ ਸਕਦਾ ਇੱਥੇ, ਕੋਈ ਵੀ। ਆਪ ਅਸੀਂ ਸਟੱਡੀ ਕਿਉਂ ਨਹੀਂ ਕਰਦੇ? ਕਰਦੇ ਹਾਂ, ਸਭ ਖੁੱਲਾ, ਸਭ ਕੁਝ ਪਿਆ ਹੋਇਆ। ਅੱਜ ਕੱਲ੍ਹ ਤਾਂ ਸਭ ਕੁਝ ਅਵੇਲੇਬਿਲਿਟੀ ਵੀ ਹੈਗੀ ਸਾਡੇ ਕੋਲ, ਇੰਟਰਨੈਟ ਹੈ, ਸਭ ਕੁਝ ਹੈਗਾ, ਅਸੀਂ ਕਰ ਸਕਦੇ ਹਾਂ। ਸੋ ਇਹ ਸ਼ਬਦ ਦੀ ਅਸੀਂ ਵਿਚਾਰ ਸੀ, ਔਰ ਜਿਹੜੀ ਅੱਜ ਦੀ ਇੱਕ ਟੌਪਿਕ ਨੂੰ ਲੈ ਕੇ ਅੱਜ ਦੀ ਗੱਲ ਕੀਤੀ ਹੈ, ਗੁਰਮਤਿ ਸਿਧਾਂਤਾਂ ਦੀ, ਹੋਰ ਜੋ ਅੱਜ ਕੱਲ੍ਹ ਦੇ ਹਾਲਾਤ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਇਸ ਗੱਲ ਨੂੰ ਕਰਨ ਦੀ। ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।